जरूरी है। आओ कटांगे याकूब 2:19, याकूब 2:19 कटांगे। तू निश्चय रखता है जो खुदा एको है, ਇਹ ਤੂੰ ਅੱਛਾ ਕਰਦਾ ਹੈ। ਭੂਤ ਇਹੋ ਨਿਸ਼ਚਾ ਕਰਦੇ ਹਨ ਅਤੇ ਕੰਬਦੇ ਹਨ, ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਿਆ ਹੈ ਭਈ ਅਮਲਾ ਬਾਜੋ ਨਿਸ਼ਚਾ ਅਕਾਰਥ ਹੈ ਕਿ ਸਾਡਾ ਪਿਤਾ ਅਬਰਾਹਮ ਅਮਲਾ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਸਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ। ਤੂੰ ਵੇਖਦਾ ਹੈ ਭਈ ਨਿਸ਼ਚਾ ਉਸਦੇ ਅਮਲਾ ਨਾਲ ਗੁਣਕਾਰ ਹੋਈ ਅਤੇ ਅਮਲਾ ਤੋਂ ਨਿਸ਼ਚਾ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ ਖੁਦਾ ਦੀ ਪ੍ਰਤੀਤ ਕੀਤੀ ਅਤੇ ਉਸ ਦੇ ਲਈ ਧਰਮ ਗਿਣੀ ਗਈ ਅਤੇ ਉਹ ਖੁਦਾ ਦਾ ਮਿੱਤਰ ਸਦਾਇਆ। ਤੁਸੀਂ ਵੇਖਦੇ ਹੋ ਭਈ ਮਨੁੱਖ ਨਿਰੀ ਨਿਸ਼ਚਾ ਨਾਲ ਹੀ ਨਹੀਂ ਸਗੋਂ ਅਮਲਾ ਨਾਲ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਸੇ ਪ੍ਰਕਾਰ ਰਹਾਬ ਵੈਸ਼ਿਆ ਵੀ ਅਮਲਾ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਸਨੇ ਹਲਕਾਰੀਆਂ ਨੂੰ ਘਰ ਉਤਾਰਿਆ ਅਤੇ ਉਹਨਾਂ ਨੂੰ ਦੂਜੇ ਰਾਹ ਥਾਣੀ ਤੋਰ ਦਿੱਤਾ। ਜਿਕੁਰ ਆਤਮਾ ਬਾਜੋ ਸਰੀਰ ਮੁਰਦਾ ਹੈ, ਤਿਕੁਰ ਹੀ ਅਮਲਾ ਬਾਜੋ ਨਿਹਚਾ ਮੁਰਦਾ ਹੈ। ਖੁਦਾ ਦੇ ਪੜੇ ਹੋਏ ਵਚਨ ਦੇ ਲਈ ਖੁਦਾ ਦਾ ਧੰਨਵਾਦ ਕਰਾਂਗੇ। ਆਓ ਸਭ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, सचमुच मेरे महान पिता खुदावंद प्रभु यीशु मसीह, खुदावंद प्रभु यीशु मसीह। विश्वास करना एक अलग गल है खुदावंदा, लेकिन मेरे महान पिता उसको प्रतिक्रिया विच लियाना एक अलग गल है खुदावंद, क्योंकि तेरा वचन दसदा है भूत भी विश्वास करते हैं खुदावंदा, लेकिन मेरे महान पिता खुदावंद वो कर्म नहीं कर सकते। लेकिन मेरे महान पिता जोड़ा मनुष्य जिंदा है अज खुदावंद वो कर्म कर सकता है। ते मेरे महान पिता कल्ला विश्वास काम नहीं करेगा जब तक खुदावंद प्रभु जी कर्म नाल नहीं हैं खुदावंदा। जब तक कोई मनुख खुदावंदा तेरे कमां नूं नहीं करता प्रभु जी, नूह ने तेरे ऊपर विश्वास किया सी खुदावंद प्रभु जी, ते जो तू उसनूं क्या खुदावंद उसने उसे तरह काम भी किए खुदावंद। ते सचमुच खुदावंद इसे तरह मेरे महान पिता अब्राहम ने भी तेरे ते विश्वास किया। ते खुदावंद जो तू अपने पुत्र इसहाक उसनूं बलि देण लई क्या खुदावंद, ते उसने अपने पुत्र इसहाक दी बलि भी प्रभु जी देण लई वो चला गया खुदावंद, इस करके उसनूं विश्वास दा पिता कहा जाता है। सचमुच मेरे महान पिता कल्ला विश्वास नहीं सगों प्रभु जी जो तेरा वचन दसदा है प्रभु जी उसके वचन को पूरा करना भी बहुत जरूरी है खुदावंद। तू मेरे महान पिता आज दे छोटे संदेश को खोलना है खुदावंद, ताकि प्रभु यीशु मसीह हर कोई तेरे वचन को समझ सके, तेरे अंत समय के संदेश को समझ सके खुदावंदा। क्योंकि खुदावंद तू इस दूत को प्रभु जी साडे लई भेजिया जिसका नाम भाई विलियम ब्रैनम है, जिहदे द्वारा उत्पत्ति तो लैके प्रकाश की पोथी खोल दी गई खुदावंदा, ते सभे गुप्त भेद संपूर्ण कर दिते गए हैं खुदावंद। तेरा धन्यवाद करते हैं प्रभु यीशु मसीह, सारा आदर जलाल महिमा तेरे सामर्थी जिंदा जलाली नाम में आमीन हालेलुया। खुदा दे पवित्र नाम की तारीफ हो। ਅਸੀਂ ਪੜਿਆ ਆ ਯਾਕੂਬ 2:19 ਵਿੱਚੋਂ ਇਹ ਕਹਿੰਦੇ ਨਿਸ਼ਚੈ ਰੱਖਣੀ ਵਧੀਆ ਗੱਲ ਹੈ, लेकिन कर्म करना बहुत जरूरी है। बाइबल बयान करती कर्म करना बहुत जरूरी है, ठीक है ना। बाइबल से साफ लिखे उसने कहा भी तू निश्चय रखता है सो खुदा इको है, कहना बहुत ਵਧੀਆ ਗੱਲ ਆ ਵੀ ਤੁਸੀਂ ਨਿਸ਼ਚੈ ਰੱਖਦੇ ਹੋ। ਭੂਤ ਇਹੋ ਨਿਸ਼ਚੈ ਕਰਦੇ ਹਨ ਅਤੇ ਕੰਬਦੇ ਹਨ। ਭੂਤ ਵੀ ਨਿਸ਼ਚੈ ਕਰਦੇ ਆ, लेकिन भूत कर्म नहीं कर सकते। ਜਿਹੜਾ ਬੰਦਾ ਇਸ ਧਰਤੀ ਤੋਂ ਚਲਾ ਗਿਆ ਉਹ ਕਰਮ ਨਹੀਂ ਕਰ ਸਕਦਾ। ਉਹਨਾਂ ਦੀ ਦੁਨੀਆ ਇੱਕ ਅਲੱਗ ਦੁਨੀਆ ਹੈ, ਲੇਕਿਨ ਜਿਹੜਾ ਮਨੁੱਖ ਜਿਉਂਦਾ ਹੈ ਇਸ ਸਮੇਂ ਧਰਤੀ ਤੇ ਹੈ ਉਹ ਕਰਮ ਕਰ ਸਕਦਾ ਹੈ, ਉਹ ਵਚਨ ਨੂੰ ਪੂਰਾ ਕਰ ਸਕਦਾ ਹੈ, ਲੇਕਿਨ ਕੱਲਾ ਵਿਸ਼ਵਾਸ ਕਰਨਾ ਕਾਫੀ ਨਹੀਂ ਹੈ। ਅਸੀਂ ਬਾਈਬਲ 'ਚ ਪੜ੍ਹਿਆ ਆ ਬਹੁਤ ਰਸੂਲਾਂ ਨਬੀਆਂ ਨੇ ਵਿਸ਼ਵਾਸ ਕੀਤਾ, ਲੇਕਿਨ ਉਹਨਾਂ ਨੇ ਕਰਮ ਵੀ ਕੀਤੇ। शरदक मेशक अबेदनगो ने विश्वास किया, लेकिन उन्होंने कर्म भी किया। ਅਸੀਂ ਵੇਖਦੇ ਹਾਂ ਖੁਦਾ ਦੇ ਲੋਕ ਵਿਸ਼ਵਾਸ ਵੀ ਕਰਦੇ ਹਨ ਤੇ ਕਰਮ ਵੀ ਕਰਦੇ ਹਨ। ਤੂੰ ਵੇਖਦਾ ਹੈ ਭਈ ਨਿਸ਼ਚੈ ਉਸਦੇ ਅਮਲਾ ਨਾਲ ਗੁਲਕਾਰ ਹੋਈ ਅਤੇ ਅਮਲਾ ਤੋਂ ਨਿਸ਼ਚੈ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ ਖੁਦਾ ਦੀ ਪ੍ਰਤੀਤ ਕੀਤੀ, ਇਸ ਲਈ ਉਸਦੇ ਲਈ ਧਰਮ ਗਿਣੀ ਗਈ ਅਤੇ ਉਸਨੇ ਖੁਦਾ ਦਾ ਮਿੱਤਰ ਉਹ ਸਦਾਇਆ। ਹੁਣ खुदा ਦਾ ਮਿੱਤਰ ਅਬਰਾਹਮ ਇਸ ਤਰ੍ਹਾਂ ਨਹੀਂ ਸਦਾਇਆ ਸੀ, ਉਹਨੇ ਖੁਦਾ ਨੇ ਜੋ ਉਸਨੂੰ ਕਿਹਾ ਉਹ ਵਿਸ਼ਵਾਸ ਵੀ ਕਰਦਾ ਸੀ ਤੇ ਉਹ ਖੁਦਾ ਦਾ ਕਹਿਣਾ ਵੀ ਮੰਨਦਾ ਸੀ, ਉਹ ਕਰਮ ਵੀ ਕਰਦਾ ਸੀਗਾ। ਕਹਿਣ ਦਾ ਮਤਲਬ ਕੱਲਾ ਵਿਸ਼ਵਾਸ ਨਹੀਂ, ਵਿਸ਼ਵਾਸ ਭੂਤ ਵੀ ਕਰਦੇ ਹਨ। ਜੇ ਕੋਈ ਅੱਜ ਕਹਿੰਦਾ ਵੀ ਮੈਂ ਵਿਸ਼ਵਾਸ ਕਰਦਾ ਹਾਂ ਸਮੇਂ ਦੇ ਸੰਦੇਸ਼ ਤੇ ਭਾਈ ਬ੍ਰਾਨਮ ਤੇ ਵਿਸ਼ਵਾਸ ਕਰਦਾ ਹਾਂ, ਮੈਂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਿਆ, ਇੰਨਾ ਕਾਫੀ ਨਹੀਂ ਆ। ਜਦੋਂ ਤੱਕ ਕੋਈ ਮਨੁੱਖ ਵਚਨ ਦੇ ਉੱਪਰ ਪੂਰਾ ਨਹੀਂ ਠਹਿਰਦਾ, ਉਹ ਵਚਨ ਨੂੰ ਪੂਰਾ ਨਹੀਂ ਕਰਦਾ, ਉਹ ਝੂਠਾ ਹੈ। क्योंकि विश्वास तो भूत भी करते हैं भी यीशु मसीह कोई खुदा है, 2 या 3 खुदा नहीं है। विश्वास करना काफी नहीं है, कर्म करना भी जरूरी है। बाइबल यही बयान कर दी, जिस तक कोई कर्म नहीं करता
वो खुदा तो कुछ भी प्राप्त नहीं कर सकता। ये साफ ते स्पष्ट किया गया है, ठीक है ना। जिकुर आत्मा बाजो शरीर मुर्दा है, तिकुर ही अमला बाजो निश्चा मुर्दा है। बाइबल बयान कर दी जिदा आत्मा बाजो शरीर मुर्दा है, उसे तरह जे तुसी अमल नहीं करते, अमला बाजो निश्चा या ਜਿਹੜੀ ਤੁਹਾਡੀ ਨਿਸ਼ਚਾ ਹੈ ਉਹ ਵੀ ਮੁਰਦਾ ਹੈ। ਇਸ ਕਰਕੇ ਨਿਸ਼ਚਾ ਦੇ ਨਾਲ ਕਰਮ ਵੀ ਕਰਨਾ, ਵਿਸ਼ਵਾਸ ਤਾਂ ਕੀਤਾ ਲੇਕਿਨ ਕਰਮ ਕਰਨਾ ਬਹੁਤ ਜ਼ਰੂਰੀ ਹੈ। ਜੇ ਕੋਈ ਮਨੁੱਖ ਕਰਮ ਨਹੀਂ ਕਰਦਾ ਫਿਰ ਉਹ ਇੱਕ ਝੂਠਾ ਮਨੁੱਖ ਆ, ਕਿਉਂਕਿ ਨਬੀ ਨੇ ਕਿਹਾ ਆ, ਸਾਡੀ ਬਾਈਬਲ ਬਿਆਨ ਕਰਦੀ ਆ ਵੀ ਜੇ ਕੋਈ ਬੰਦਾ ਵਿਸ਼ਵਾਸ ਕਰਦਾ ਤਾਂ ਉਹਦਾ ਵਿਸ਼ਵਾਸ ਕੋਈ ਕਾਫੀ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਵਿਸ਼ਵਾਸ ਕਰਨਾ। ਵਿਸ਼ਵਾਸ ਤਾਂ ਭੂਤ ਵੀ ਕਰਦੇ ਆ, ਜਦੋਂ ਕਿਹਾ ਜਾਂਦਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਤੇ ਭੂਤ ਵੀ ਨਿਕਲ ਕੇ ਚਲੇ ਜਾਂਦੇ ਆ। लेकिन कला विश्वास नहीं, कर्म भी जरूरी है। जे कोई कर्म नहीं करता तो एक झूठा मनुख गिणिया जाता है, क्योंकि विश्वास भूत भी करते हैं। इस करके विश्वास भी करना है ते कर्म भी करना है, फिर तुसी खरे उतर सकते हो। इस तरह कोई भी मनुख खरा नहीं उतर सकता। आओ असीं कटांगे कूच 4 दी 1। और खुदावंद की करदा, खुदावंद अपने लोकां नूं तैयारी करवांदा है। तुसीं देखिआ है जदों तक खुदा उन्हें अपने नबियां रसूलां नूं इस्तेमाल कीता, उन्हें अपने नबियां रसूलां नूं तैयारी करवाई। तैयारी किस चीज़ दी कराई? क्योंकि ताकि वो वचन दे उपर उन्हां नूं खड़ा कर सके, उन्हां दी नींह मजबूत कर सके। जदों भी खुदा ने किस तो काम लेना चाहया, खुदा ने उन्हां तों तैयारी करवाई, अपने आत्मा द्वारा उन्हां नूं सिखाया भी तुसीं किदां दा जीवन बतीत करना। आओ असीं कटांगे कूच 4 दी 1। ता मूसा ने उत्तर दिता कि वेख ओ मेरी प्रतीत ना करनगे, ना मेरी आवाज सुनणगे, सगों ओ आखणगे यहोवा ने तेनू दर्शन नहीं दिता। हुण मूसा खुदा नू कह रहा आ भी तू कहंदा भी इजराइलियां दे कोल जा, उन्हां ने विश्वास नहीं करना मेरे ते। ओ कहणगे तेनू खुदा ने दर्शन नहीं दिता। तां यहोवा ने उसनू आख्या तेरे हथ विच की है? उस आख्या ढांगा। वो कहता तेरे हाथ च की है? वो कहता मेरे हाथ विच ढांगा है। तां उसने आख्या इस नूं धरती उत्ते सुट दे। तां उसने धरती उत्ते सुट दिता, वो सप बन गया अते मूसा उसदे अगों भज्जा। यहोवा ने मूसा नूं आख्या अपना हथ वधा के उस नूं पूंछों फड़ लै। अते उसने अपना हथ वधा के उस नूं पूंछों फड़ लिया अते ओदे हथ विच ढांगा बन गया। तां जो वो प्रतीत करन पई यहोवा उन्हां दे प्यो दादियां दे खुदा, अब्राहम दे खुदा, इसहाक दे खुदा, याकूब दे खुदा ने तेनू दर्शन दिता। यहोवा ने उसनू होर आख्या हुण तू अपना हथ अपनी हिक उत्ते रख। तां जो अपना हथ अपनी हिक उत्ते रखिया तां उसने उस चों कढिया तां वेखो उसदा हथ कोड़ नाल बर्फ वर्गा हो गया। हुण मूसा नू खुदा सिखा रहा है इजराइल दे विच अपने लोकां विच भेजण तो पहलों उसनू दस रहा भी मैं तैनूं चिन्ह दे रहा हां। उहनूं चिन्ह दे रहा सी, उहनूं सिखा रहा सी, क्योंकि खुदावंद बिना सिखाए अपने लोकां दे विच अपने नबियां रसूलां नूं नहीं भेजदा। वो कुछ ना कुछ चिन्ह दिंदा आ, कुछ ना कुछ उहनां नूं दिंदा आ ताकि लोग उहदे उपर विश्वास कर सकण। ते इह मूसा जिहड़ा सीगा, मूसा ने कहा सो उसदी प्रतीत करन पई यहोवा ने उसदे प्यो दादियां दे खुदा ने, इसहाक दे खुदा ने तेनू भेजिया है। उसने अपना हाथ अपनी हिक उत्ते फिर रखिया तां जद बाहर कढिया उसदे बाकी शरीर वर्गा हो गया। फिर एवं होया पई जे ओ तेरी प्रतीत ना कर, ना ही पहले निशान दा मतलब मनण या दूजे निशान दा मतलब उत्ते प्रतीत करन। अते एवं होवेगा पई जेकर वो इन्हां दोहां निशानां उत्ते प्रतीत ना करन तां तेरी आवाज़ ना सुनण तां तू दरिया दा पानी लैके सुक्की भौं उत्ते डोली, वो पानी जिहड़ा तू दरिया तो लवेगा उस भौं उत्ते लहू हो जाएगा। हुण खुदा ने उहनूं चिन्ह दित्ते अपने लोकां विच भेजण तो पहला। खुदा मूसा नूं सिखा रहा सीगा, क्योंकि खुदावंद तैयारी करवांदा है। खुदावंद अपने लोकां नूं बचाउण दे लई तैयारी करवांदा, जिन्हों उहने भेजना हुंदा आ ओहदी भी खुदा पूरी तैयारी करके भेजदा है भी किस तरह अपने लोकां नूं बचाना आ। ते असीं वेखदे आ किदां उहने मूसा नूं भेजिया। सो हुण तू जा, मैं तेरे मुंह दे नाल मुंह होवांगा अते जो कुछ तैं बोलना है सो मैं तेनू सिखावांगा। हुण खुदा मूसा नूं की कह रहा, तैयारी करवा रहा। कहंदा मैं तू कहंदा जा, मैं तेरे मुंह दे नाल मुंह होवांगा। कहंदा तेरे मुंह दे नाल मैं मुंह होवांगा ते जो कुछ तैं बोलना है
ਮੈਂ ਤੈਨੂੰ ਸਿਖਾਵਾਂਗਾ। ਹੁਣ ਕੀ ਹੋਇਆ, ਖੁਦਾ ਕਹਿੰਦਾ ਮੈਂ ਤੈਨੂੰ ਸਿਖਾਵਾਂਗਾ, ਤੂੰ ਜਾ, ਤੈਨੂੰ ਡਰਨ ਦੀ ਲੋੜ ਨਹੀਂ ਆ, ਘਬਰਾਉਣ ਦੀ ਲੋੜ ਨਹੀਂ ਆ। ਤੇ ਕਿਸ ਤਰ੍ਹਾਂ ਖੁਦਾ ਨੇ ਆਪਣੇ ਬੰਦੇ ਨੂੰ ਮਿਸਰ ਦੇ ਵਿੱਚ ਭੇਜਿਆ ਤਾਂ ਕਿ ਉਹ ਆਪਣੀ ਪ੍ਰਜਾ ਨੂੰ ਬਾਹਰ ਕੱਢ ਸਕੇ, ਕਿਉਂਕਿ ਖੁਦਾਵੰਦ ਸਾਡੇ ਯੁੱਗ ਦੇ ਨਬੀ ਨੇ ਕਿਹਾ ਖੁਦਾ ਕਦੇ ਵੀ ਕੋਈ ਕੰਮ ਇਸ ਤਰ੍ਹਾਂ ਨਹੀਂ ਕਰਦਾ, ਉਹ ਹਮੇਸ਼ਾ ਚੇਤਾਵਨੀ ਦਿੰਦਾ। ਪਹਿਲਾਂ ਜਦੋਂ ਦੁਨੀਆ ਦਾ ਅੰਤ ਕਰਨਾ ਹੁੰਦਾ ਹੈ ਉਸਨੇ ਉਹ ਚੇਤਾਵਨੀ ਦਿੰਦਾ ਲੋਕਾਂ ਨੂੰ ਤਾਂ ਕਿ ਲੋਕ ਸੁਧਰ ਜਾਣ। ਹਮੇਸ਼ਾ ਆਪਣੇ ਦੂਤਾਂ ਨੂੰ, ਆਪਣੇ ਰਸੂਲਾਂ ਨੂੰ ਭੇਜਦਾ ਆ ਤਾਂ ਕਿ ਲੋਕਾਂ ਨੂੰ ਅਗਾਹ ਕਰ ਸਕਣ। ਇਸੇ ਤਰ੍ਹਾਂ ਉਹਨੇ ਇਸ ਯੁੱਗ ਦੇ ਵਿੱਚ ਇੱਕ ਨਬੀ ਨੂੰ ਭੇਜਿਆ ਜਿਹਨੇ ਪੂਰੇ ਵਰਲਡ ਨੂੰ ਲਲਕਾਰਿਆ ਤਾਂ ਕਿ ਲੋਕ ਉਹਦੇ ਸੱਚੇ ਸੰਦੇਸ਼ ਦੇ ਉੱਪਰ ਵਿਸ਼ਵਾਸ ਕਰ ਸਕਣ ਤੇ ਬਚਾਏ ਜਾਣ। ਜੇ ਕੋਈ ਵਿਸ਼ਵਾਸ ਨਹੀਂ ਕਰਦਾ ਤੇ ਖੁਦਾ ਦਾ ਵਚਨ ਦੱਸਦਾ ਹੈ ਉਸ ਦੇ ਉੱਪਰ ਸਜ਼ਾ ਦਾ ਹੁਕਮ ਲਗਾਇਆ ਜਾਵੇਗਾ। ਇਸ ਕਰਕੇ ਨਬੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਅਸੀਂ ਇੱਕ ਯੁੱਧ ਲੜਨ ਲਈ ਜਾਈਏ, ਸਾਨੂੰ ਪਹਿਲਾਂ ਉਸ ਯੁੱਧ ਲਈ ਤਿਆਰ ਹੋਣਾ ਪੈਣਾ ਹੈ। ਉਹ ਕਹਿੰਦਾ ਜੇ ਤੁਸੀਂ ਯੁੱਧ ਲੜਨਾ ਇਸ ਸੰਸਾਰ ਦੇ ਨਾਲ, ਆਤਮਾ ਪਾਏ ਹੋਏ ਮਨੁੱਖਾਂ ਨੇ ਜੇ ਯੁੱਧ ਲੜਨਾ, ਉਹ ਯੁੱਧ ਲੜਨ ਤੋਂ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਤੁਸੀਂ ਇਸ ਸੰਸਾਰ ਦੇ ਦੁਸ਼ਟ ਆਤਮਿਆਂ ਨਾਲ ਲੜ ਸਕਦੇ ਹੋ, ਤੁਹਾਡੇ ਕੋਲ ਤਿਆਰੀ ਹੋਣੀ ਚਾਹੀਦੀ ਹੈ। ਸਾਨੂੰ ਪਹਿਲਾਂ ਉਸ ਯੁੱਧ ਲਈ ਤਿਆਰ ਹੋਣਾ ਪੈਂਦਾ ਹੈ। ਜੇ ਤੁਸੀਂ ਵਿਆਹ ਕਰਾਉਣ ਲਈ ਜਾ ਰਹੇ ਹੋ, ਇਸ ਕਰਕੇ ਤੁਸੀਂ ਉਸ ਸਮੇਂ ਲਈ ਤਿਆਰ ਹੁੰਦੇ ਹੋ। ਜੇ ਤੁਹਾਡੀਆਂ ਤਿਆਰੀਆਂ ਹੁੰਦੀਆਂ ਹਨ ਅਤੇ ਚਰਚ ਆਉਣ ਤੋਂ ਪਹਿਲਾਂ ਵੀ ਤੁਸੀਂ ਤਿਆਰੀ ਕਰਦੇ, ਜੇ ਕਿਤੇ ਵੀ ਕਿਸੇ ਮਨੁੱਖ ਨੇ ਜਾਣਾ ਹੁੰਦਾ ਉਹਨੂੰ ਤਿਆਰੀ ਕਰਨੀ ਪੈਂਦੀ। ਬਿਨਾਂ ਤਿਆਰੀ ਤੋਂ, ਬਿਨਾਂ ਪ੍ਰੈਪਰੇਸ਼ਨ ਤੋਂ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ। ਬਿਨਾਂ ਤਿਆਰੀ ਤੋਂ ਤੁਸੀਂ ਕਿਤੇ ਵੀ ਜਾ ਨਹੀਂ ਸਕਦੇ, ਨਬੀ ਨੇ ਕਿਹਾ। ਅਤੇ ਖੁਦਾ ਹਮੇਸ਼ਾ ਹੀ ਲੋਕਾਂ ਨੂੰ ਉਹਨਾਂ ਘਟਨਾਵਾਂ ਲਈ ਤਿਆਰ ਕਰਦਾ ਹੈ ਜੋ ਕਿ ਜਲਦ ਵਾਪਰਨ ਵਾਲੀਆਂ ਹੁੰਦੀਆਂ ਹਨ। ਕਹਿੰਦਾ ਖੁਦਾ ਲੋਕਾਂ ਨੂੰ ਤਿਆਰ ਕਰਦਾ ਉਹਨਾਂ ਘਟਨਾਵਾਂ ਦੇ ਲਈ ਜਿਹੜੀਆਂ ਵਾਪਰਨ ਵਾਲੀਆਂ ਹੁੰਦੀਆਂ ਹਨ। ਜੇ ਖੁਦਾ ਨੇ ਕਿਸ ਨੂੰ ਮਾਰਨਾ ਹੁੰਦਾ ਤੇ ਉਸ ਤੋਂ ਪਹਿਲਾਂ ਉਹ ਬੰਦਾ ਵਚਨ ਤੋਂ ਬਾਹਰ ਹੋਣਾ ਚਾਹੀਦਾ ਹੈ, ਫਿਰ ਖੁਦਾ ਕਿਸ ਨੂੰ ਮਾਰਦਾ ਹੈ। ਜੇ ਖੁਦਾ ਨੇ ਕਿਸ ਨੂੰ ਬਚਾਉਣਾ ਹੁੰਦਾ ਤੇ ਖੁਦਾਵੰਦ ਉਹਦੇ ਲਈ ਇੱਕ ਯੋਜਨਾ ਬਣਾ ਦਿੰਦਾ ਉਸ ਨੂੰ ਬਚਾਉਣ ਦੇ ਲਈ। ਬਿਨਾਂ ਯੋਜਨਾ ਤੋਂ ਕੋਈ ਬਚਾਇਆ ਨਹੀਂ ਜਾ ਸਕਦਾ ਤੇ ਬਿਨਾਂ ਵਚਨ ਤੋਂ ਬਾਹਰ ਕੰਮ ਕੀਤੇ ਬਿਨਾਂ ਕੋਈ ਮਾਰਿਆ ਨਹੀਂ ਜਾ ਸਕਦਾ। ਜਦੋਂ ਕੋਈ ਮਨੁੱਖ ਵਚਨ ਤੋਂ ਬਾਹਰ ਕੰਮ ਕਰਦਾ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਉਦੋਂ ਹੀ ਉਹਦੇ ਉੱਪਰ ਮੌਤ ਆਉਂਦੀ ਹੈ। ਏਦਾਂ ਖੁਦਾ ਕਦੇ ਕਿਸ ਨੂੰ ਮਾਰਦਾ ਨਹੀਂ ਹੈ। ਅਤੇ ਕੀ ਮੈਂ ਇਸ ਜਗ੍ਹਾ ਵਿੱਚ ਇੱਕ ਮਿੰਟ ਲਈ ਰੁਕੋ। ਮੈਂ ਵਿਸ਼ਵਾਸ ਕਰਦਾ ਹਾਂ ਲੋਕ ਆਖਰੀ ਵੱਡੀ ਬਰਬਾਦੀ ਲਈ ਤਿਆਰੀ ਵਿੱਚ ਹਨ ਜਿਹੜੇ ਕਿ ਇਹ ਜਗਤ ਕਦੇ ਜਾਣੇਗਾ। ਉਹ ਕਹਿੰਦਾ ਵੱਡੀ ਬਰਬਾਦੀ ਦੇ ਲਈ ਲੋਕ ਤਿਆਰੀ ਕਰ ਚੁੱਕੇ ਆ। ਅੱਜ ਤੁਸੀਂ ਵੇਖ ਰਹੇ ਹੋ ਕਿੱਦਾਂ ਲੋਕ ਵਚਨ ਤੋਂ ਬਾਹਰ ਕੰਮ ਕਰ ਰਹੇ ਹਨ। ਸੰਸਾਰ ਦੇ ਵਿੱਚ ਕਿੰਨੀ ਗੰਦਗੀ ਫੈਲ ਚੁੱਕੀ ਹੈ। ਨਬੀ ਨੇ ਕਿਹਾ ਕਿੰਨੀਆਂ ਗਲਤ ਸਿਸਟਮ ਸ਼ੁਰੂ ਹੋ ਚੁੱਕੇ ਹਨ। ਲੋਕ ਆਪਣੀ ਮਰਿਆਦਾ ਦੇ ਵਿੱਚ ਨਹੀਂ ਹਨ। ਹੁਣ ਉਹ ਵੀ ਤਿਆਰੀ ਕਰ ਰਹੇ ਹਨ ਮਰਨ ਦੀ। ਤੁਹਾਨੂੰ ਪਤਾ ਮਿਜ਼ਾਈਲਾਂ ਦੇ ਉੱਪਰ ਭਾਈ ਬ੍ਰਾਨਮ ਨੇ ਕਿਹਾ ਲੋਕਾਂ ਦੇ ਨਾਮ ਲਿਖੇ ਹੋਏ ਆ। ਜਿੰਨੀਆਂ ਮਿਜ਼ਾਈਲਾਂ ਦੇਸ਼ਾਂ ਦੇ ਵਿੱਚ ਹਨ, ਵਰਲਡ ਦੇ ਵਿੱਚ ਹਨ, ਕੱਲੀ ਮਿਜ਼ਾਈਲਾਂ ਦੇ ਉੱਪਰ ਉਹਨਾਂ ਲੋਕਾਂ ਦੇ ਨਾਮ ਲਿਖੇ ਹਨ ਜਿਹੜੇ ਵਚਨ ਤੋਂ ਬਾਹਰ ਹਨ। ਉਹ ਮਿਜ਼ਾਈਲਾਂ ਕਿਸੇ ਹੋਰ ਲਈ ਨਹੀਂ ਆ, ਉਹਨਾਂ ਲੋਕਾਂ ਲਈ ਤਿਆਰ ਹੋਈ ਆ ਜਿਹੜੇ ਵਚਨ ਤੋਂ ਬਾਹਰ ਕੰਮ ਕਰਦੇ ਆ। ਇੱਕ ਮਿਜ਼ਾਈਲ ਦੇ ਉੱਪਰ, ਪਰਮਾਣੂ ਬੰਬ ਦੇ ਉੱਪਰ ਲੋਕਾਂ ਦੇ ਨਾਮ ਲਿਖੇ ਹੋਏ ਹਨ। ਜਦੋਂ ਵੀ ਪਰਮਾਣੂ ਬੰਬ ਲੋਕਾਂ ਦੇ ਉੱਪਰ ਡਿੱਗਣਗੇ, ਬਰਬਾਦੀ ਹੋਵੇਗੀ ਲੋਕਾਂ ਦੀ, ਫਿਰ ਉਹਨਾਂ ਨੂੰ ਪਤਾ ਲੱਗਣਾ ਜਦੋਂ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ। ਅਤੇ ਖੁਦਾ ਬਰਬਾਦੀ ਨਹੀਂ ਕਰ ਸਕਦਾ ਜਦ ਤੱਕ ਪਹਿਲਾਂ ਲੋਕ ਬਰਬਾਦੀ ਲਈ ਆਤਮਾ ਵਿੱਚ ਨਾ ਹੋਣ। ਖੁਦਾ ਦਾ ਵਚਨ ਕੀ ਕਹਿ ਰਿਹਾ? ਸਾਡੇ ਯੁੱਗ ਦਾ ਨਬੀ ਕਹਿ ਰਿਹਾ ਖੁਦਾ ਉਦੋਂ ਤੱਕ ਬਰਬਾਦੀ ਨਹੀਂ ਕਰ ਸਕਦਾ ਜਦੋਂ ਤੱਕ ਬਰਬਾਦੀ ਦੇ ਲਈ ਲੋਕਾਂ ਦੇ ਅੰਦਰ ਉਹ ਆਤਮਾ ਨਾ ਹੋਵੇ। ਬਰਬਾਦੀ ਨਹੀਂ ਕਰ ਸਕਦਾ ਜਦ ਤੱਕ ਪਹਿਲਾਂ ਲੋਕ ਬਰਬਾਦੀ ਲਈ ਆਤਮਾ ਵਿੱਚ ਨਾ ਹੋਣ। ਖੁਦਾ ਕਦੇ ਵੀ ਕਿਸੇ ਚੀਜ਼ ਨੂੰ ਨਾਸ਼ ਨਹੀਂ ਕੀਤਾ। ਕਹਿੰਦਾ ਖੁਦਾ ਨੇ ਕਦੇ ਕਿਸੇ ਚੀਜ਼ ਨੂੰ ਨਾਸ਼ ਨਹੀਂ ਕੀਤਾ। ਨੂਹ ਦੇ ਸਮੇਂ ਖੁਦਾ ਨੇ ਲੋਕਾਂ ਨੂੰ ਨਹੀਂ ਮਾਰਿਆ। ਸਾਡਾ ਯੁੱਗ ਦਾ ਨਬੀ ਕਹਿੰਦਾ ਖੁਦਾ ਨੇ ਲੋਕਾਂ ਨੂੰ ਨਹੀਂ ਮਾਰਿਆ। ਉਹਨੇ 120 ਸਾਲ ਆਪਣੇ ਬੰਦੇ ਤੋਂ ਪ੍ਰਚਾਰ ਕਰਵਾਇਆ ਤਾਂ ਕਿ ਲੋਕ ਉਹਦੇ ਵਚਨ ਤੇ ਵਿਸ਼ਵਾਸ ਕਰਨ ਤੇ ਬਚਾਏ ਜਾਣ। ਉਸਨੇ ਕਦੇ ਵੀ ਕਿਸ ਚੀਜ਼ ਦਾ ਨਾਸ਼ ਨਹੀਂ ਕੀਤਾ। ਮਨੁੱਖ ਹੀ ਹਮੇਸ਼ਾ ਆਪਣੇ ਆਪ ਨੂੰ ਬਰਬਾਦ ਕਰਦਾ ਹੈ। ਕੌਣ ਬਰਬਾਦ ਕਰਦਾ? ਮਨੁੱਖ ਖੁਦ ਆਪਣੇ ਆਪ ਨੂੰ ਬਰਬਾਦ ਕਰਦਾ। ਜਦੋਂ ਅੱਜ ਸਮਾਂ ਹੈ ਖੁਦਾ ਦੇ ਵਚਨ ਵਿੱਚ ਚੱਲਣ ਦਾ, ਕਰਮ ਕਰਨ ਦਾ, ਤੇ ਲੋਕ ਉਸ ਕਰਮ ਤੋਂ ਭੱਜਦੇ ਹਨ। ਫਿਰ ਕਹਿੰਦੇ ਅਸੀਂ ਵਿਸ਼ਵਾਸ ਕਰਦੇ ਹਾਂ, ਲੇਕਿਨ ਨਬੀ ਕੀ ਕਹਿੰਦਾ? ਵਿਸ਼ਵਾਸ ਤਾਂ ਭੂਤ ਵੀ ਕਰਦੇ ਆ। ਵਿਸ਼ਵਾਸ ਕਰਨਾ ਕਾਫੀ ਨਹੀਂ ਹੈ। ਵਿਸ਼ਵਾਸ ਕਰਨ ਦੇ ਨਾਲ ਕੋਈ ਬਚਾਇਆ ਨਹੀਂ ਜਾਵੇਗਾ।
ਇਬਰਾਹਿਮ ਨੇ ਕੱਲਾ ਵਿਸ਼ਵਾਸ ਨਹੀਂ ਕੀਤਾ ਸੀਗਾ ਵੀ ਪ੍ਰਭੂ ਮੈਂ ਤੇਰੇ ਤੇ ਬੜਾ ਵਿਸ਼ਵਾਸ ਕਰਦਾ, ਹੁਣ ਤੂੰ ਮੇਰੇ ਪੁੱਤਰ ਦੀ ਬਲੀ ਮੰਗ ਰਿਹਾ, ਇਹ ਮੇਰੇ ਕੋਲ ਨਹੀਂ ਹੋਣਾ। ਉਹ ਕਹਿੰਦਾ ਪ੍ਰਭੂ ਤੂੰ ਜੋ ਕਿਹਾ ਮੈਂ ਉਹ ਕਰਾਂਗਾ। ਕਰਮ ਵੀ ਕੀਤਾ, ਕੱਲਾ ਵਿਸ਼ਵਾਸ ਨਹੀਂ ਕੀਤਾ। ਇਸ ਕਰਕੇ ਖੁਦਾ ਕਹਿੰਦਾ ਖੁਦਾ ਕਦੇ ਵੀ ਕਿਸੇ ਚੀਜ਼ ਨੂੰ ਨਾਸ਼ ਨਹੀਂ ਕਰਦਾ। ਮਨੁੱਖ ਹੀ ਹਮੇਸ਼ਾ ਆਪਣੇ ਆਪ ਨੂੰ ਬਰਬਾਦ ਕਰਦਾ। ਮਨੁੱਖ ਆਪਣੀ ਮਰਜ਼ੀ ਤੇ ਛੱਡਿਆ ਗਿਆ ਹੈ। ਜਿੱਦਾਂ ਨਬੀ ਨੇ ਕਿਹਾ ਅਦਨ ਦੇ ਬਾਗ ਦੇ ਵਿੱਚ ਆਦਮ ਤੇ ਹਵਾ ਆਪਣੀ ਮਰਜ਼ੀ ਤੇ ਛੱਡੇ ਗਏ ਸੀ, ਇਸੇ ਤਰ੍ਹਾਂ ਅੱਜ ਵੀ ਮਨੁੱਖਾਂ ਨੂੰ ਆਪਣੀ ਮਰਜ਼ੀ ਤੇ ਛੱਡਿਆ ਗਿਆ। ਹਰ ਕੋਈ ਮਨੁੱਖ ਵਚਨ ਤੋਂ ਬਾਹਰ ਹੋ ਕੇ ਆਪਣੇ ਹੀ ਘੋੜੇ ਦੜਾਈ ਜਾਂਦਾ। ਨਹੀਂ ਖੁਦਾ ਦੇ ਵਚਨ ਨੇ ਸਾਨੂੰ ਇਦਾਂ ਕਿਹਾ ਸੀ, ਇਦਾਂ ਕਰਨਾ ਉਦਾਂ ਕਰਨਾ, ਲੇਕਿਨ ਖੁਦਾ ਦਾ ਵਚਨ ਜੋ ਕਹਿੰਦਾ ਲੋਕ ਉਸ ਤਰ੍ਹਾਂ ਕਰਦੇ ਹੀ ਨਹੀਂ ਆ, ਉਸੇ ਤਰ੍ਹਾਂ ਜੀਵਨ ਵੀ ਬਤੀਤ ਨਹੀਂ ਕਰਦੇ। ਹਰ ਕੋਈ ਆਪਣੀ ਡਾਕਟਰੀਨ ਲੈ ਕੇ ਬੈਠਾ ਹੋਇਆ, ਲੇਕਿਨ ਵਚਨ ਦੇ ਨਾਲ ਚੱਲਣਾ ਪਵੇਗਾ। ਜੇ ਬਚਣਾ, ਜੇ ਕੋਈ ਮਨੁੱਖ ਵਚਨ ਦੇ ਨਾਲ ਨਹੀਂ ਚੱਲਦਾ, ਜ਼ਰੂਰ ਹੈ ਉਹ ਮਾਰਿਆ ਜਾਵੇ, ਕਿਸੇ ਦਾ ਲਿਹਾਜ਼ ਨਹੀਂ ਲਿੱਤਾ ਜਾਵੇਗਾ, ਕਿਉਂਕਿ ਖੁਦਾਵੰਦ ਕਦੇ ਕਿਸ ਦਾ ਲਿਹਾਜ਼ ਨਹੀਂ ਲੈਂਦਾ। ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹਦਾ ਲਹੂ ਉਹਨੇ ਛਿੜਕਿਆ ਹੋਇਆ। ਜੇ ਤੁਸੀਂ ਉਹਦੇ ਲਹੂ ਤੋਂ ਬਾਹਰ ਹੋ ਕੇ ਕੰਮ ਕਰਦੇ ਹੋ, ਉਹਦੀ ਕਿਰਪਾ ਤੋਂ ਬਾਹਰ ਚਲੇ ਜਾਂਦੇ ਹੋ, ਤੇ ਤੁਸੀਂ ਉਸੇ ਘੜੀ ਤੁਹਾਡਾ ਨਿਆਂ ਹੋ ਚੁੱਕਿਆ। ਜੇ ਬੰਦਾ ਸੋਚਦਾ ਨਾ ਵੀ ਮੈਨੂੰ ਪ੍ਰਭੂ ਨੇ ਕੁਝ ਨਹੀਂ ਕਹਿਣਾ, ਮੈਂ ਬਚਿਆ ਹੋਇਆ ਆ, ਇਹ ਫਿਰ ਉਹਦਾ ਭੁਲੇਖਾ ਆ। ਜੇ ਤੁਸੀਂ ਕਰਮ ਨਹੀਂ ਕਰਦੇ ਫਿਰ ਤੁਸੀਂ ਭੁਲੇਖੇ ਵਿੱਚੋਂ, ਕਿਉਂਕਿ ਵਿਸ਼ਵਾਸ ਤਾਂ ਭੂਤ ਵੀ ਕਰਦੇ ਹਨ। ਅਦਨ ਦੇ ਬਾਗ ਦੇ ਵਿੱਚ ਦੋ ਰੁੱਖ ਸਨ, ਇੱਕ ਜੀਵਨ ਦਾ ਅਤੇ ਇੱਕ ਗਿਆਨ ਦਾ। ਮਨੁੱਖ ਨੇ ਗਿਆਨ ਦੇ ਰੁੱਖ ਤੋਂ ਖਾਣ ਦੇ ਲਈ ਜੀਵਨ ਦੇ ਰੁੱਖ ਨੂੰ ਛੱਡ ਦਿੱਤਾ। ਨਬੀ ਕਹਿੰਦਾ ਅਦਨ ਦੇ ਬਾਗ ਦੇ ਵਿੱਚ ਦੋ ਰੁੱਖ ਸੀਗੇ, ਇੱਕ ਗਿਆਨ ਦਾ ਰੁੱਖ ਸੀ, ਇੱਕ ਜੀਵਨ ਦਾ ਰੁੱਖ ਸੀ, ਲੇਕਿਨ ਮਨੁੱਖ ਨੇ ਗਿਆਨ ਦੇ ਰੁੱਖ ਤੋਂ ਖਾਣ ਦੇ ਲਈ ਜੀਵਨ ਦੇ ਰੁੱਖ ਨੂੰ ਛੱਡ ਦਿੱਤਾ ਅਤੇ ਪਹਿਲੀ ਬੁਰਕੀ ਖਾਣ ਨਾਲ ਹੀ ਉਸਨੇ ਆਪਣੇ ਆਪ ਨੂੰ ਖੁਦਾ ਤੋਂ ਵੱਖਰਾ ਕਰ ਲਿਆ। ਕੋਈ ਅੱਜ ਬੰਦਾ ਕਹਿੰਦਾ ਨਾ ਕੋਈ ਗੱਲ ਨਹੀਂ, ਇੱਕ ਛੋਟੀ ਜੀ ਗਲਤੀ ਕੀਤੀ ਫਿਰ ਕੀ ਖੁਦਾ ਮਾਰਨ ਥੋੜੀ ਲੱਗਾ। ਫਿਰ ਉਹ ਭੈਣ ਭਾਈ ਭੁਲੇਖੇ ਵਿੱਚ ਆ। ਤੁਹਾਡੀ ਛੋਟੀ ਜੀ ਗਲਤੀ ਵੀ ਤੁਹਾਨੂੰ ਮੌਤ ਤੱਕ ਲੈ ਕੇ ਜਾ ਸਕਦੀ ਆ, ਜੇ ਤੁਸੀਂ ਵਚਨ ਤੋਂ ਬਾਹਰ ਕੋਈ ਗਲਤੀ ਕਰਦੇ ਹੋ। ਜੇ ਤੁਹਾਨੂੰ ਖੁਦਾ ਨੇ ਮਨਾ ਕੀਤਾ ਤੁਸੀਂ ਇਹ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ। ਕਿ ਲੋਕ ਕਹਿੰਦੇ ਆ ਖੁਦਾ ਮਾਫ ਕਰਨ ਵਾਲਾ ਖੁਦਾ ਹੈ, ਲੇਕਿਨ ਸੰਤ ਪੌਲੁਸ ਕਹਿੰਦਾ ਕੀ ਅਸੀਂ ਬਾਰ-ਬਾਰ ਪਾਪ ਕਰੀ ਜਾਈਏ? ਜੇ ਇੱਕ ਵਾਰ ਸਾਡੇ ਤੇ ਕਿਰਪਾ ਹੋਈ ਤਾਂ ਅਸੀਂ ਬਾਰ-ਬਾਰ ਪਾਪ ਨਹੀਂ ਕਰ ਸਕਦੇ। ਅਤੇ ਹਰ ਵਾਰ ਜਦੋਂ ਇੱਕ ਆਦਮੀ ਗਿਆਨ ਦੇ ਰੁੱਖ ਤੋਂ ਖਾਂਦਾ ਹੈ, ਉਹ ਆਪਣੇ ਆਪ ਨੂੰ ਨਾਸ਼ ਕਰਦਾ ਹੈ। ਨਬੀ ਕਹਿੰਦਾ ਜਦੋਂ ਕੋਈ ਮਨੁੱਖ ਗਿਆਨ ਦੇ ਰੁੱਖ ਤੋਂ ਖਾਂਦਾ, ਆਪਣੀ ਸਮਝ ਦਾ ਸਹਾਰਾ ਲੈਂਦਾ, ਉਹ ਬੰਦਾ ਆਪਣੇ ਆਪ ਨੂੰ ਨਾਸ਼ ਕਰਦਾ ਹੈ। ਅੱਜ ਬਹੁਤ ਲੋਕ ਆਪਣੇ ਆਪ ਨੂੰ ਨਾਸ਼ ਕਰ ਰਹੇ ਆ ਭੁਲੇਖੇ ਵਿੱਚ। ਉਹ ਕਹਿੰਦੇ ਕੋਈ ਗੱਲ ਨਹੀਂ, ਸਮੇਂ ਦਾ ਸੰਦੇਸ਼ ਸਾਨੂੰ ਪਤਾ ਲੱਗ ਗਿਆ ਹੈ, ਅਸੀਂ ਬਸਮਾ ਲੈ ਲਿਆ ਹੈ, ਅਸੀਂ ਸੰਸਾਰ 'ਚ ਘੁੰਮ ਲਵਾਂਗੇ, ਕੋਈ ਗੱਲ ਨਹੀਂ, ਫਿਰ ਮਾਫੀ ਮੰਗ ਲਵਾਂਗੇ। ਉਹ ਬੰਦਾ ਆਪਣੇ ਆਪ ਨੂੰ ਕੀ ਕਰ ਰਿਹਾ? ਨਾਸ਼ ਕਰ ਰਿਹਾ। ਆਪਣੇ ਆਪ ਨੂੰ ਭੈਣ ਭਾਈ ਨਾਸ਼ ਕਰ ਰਿਹਾ। ਜਿਹੜੇ ਸੰਸਾਰ ਵਿੱਚ ਤੁਸੀਂ ਘੁੰਮ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਨਾਸ਼ ਕਰ ਰਹੇ ਹੋ, ਤਾਂ ਤੁਹਾਡਾ ਕੋਈ ਵੀ ਬਚਾਵ ਨਹੀਂ ਹੋ ਪਾਵੇਗਾ। ਇਸ ਲਈ ਆਪਣੇ ਗਿਆਨ ਤੇ ਨਿਰਭਰ ਨਾ ਰਹੋ। ਭਾਈ ਬ੍ਰੈਨਮ ਨੇ ਕਿਹਾ ਆਪਣੇ ਗਿਆਨ ਤੇ ਨਿਰਭਰ ਨਾ ਰਹੋ। ਹੋ ਸਕਦਾ ਤੁਹਾਨੂੰ ਬਹੁਤ ਗਿਆਨ ਹੋਵੇ, ਬੜੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਹੋਣ ਤੁਹਾਡੀਆਂ ਗੱਲਾਂ ਸੁਣ ਕੇ, ਤੁਸੀਂ ਵੱਡੇ ਗਿਆਨੀ ਹੋ। ਆਪਣੇ ਗਿਆਨ ਤੇ ਨਿਰਭਰ ਨਾ ਰਹੋ ਅਤੇ ਕਦੇ ਵੀ ਕੋਈ ਗੱਲ ਜੋ ਖੁਦਾ ਆਖਦਾ ਹੈ ਉਸ ਨੂੰ ਸਮਝਣ ਦਾ ਯਤਨ, ਜੇ ਤੁਸੀਂ ਇਸ ਨੂੰ ਸਮਝ ਸਕਦੇ ਹੋ, ਜਾਂ ਮੈਂ ਇਸ ਨੂੰ ਸਮਝ ਸਕਦਾ ਹਾਂ, ਜਾਂ ਕੋਈ ਹੋਰ ਪ੍ਰਚਾਰਕ ਇਸ ਨੂੰ ਸਮਝ ਸਕਦਾ ਹੈ, ਤਾਂ ਸਾਨੂੰ ਚਾਹੀਦਾ ਹੈ ਅਸੀਂ ਕਦੇ ਵੀ ਇਸ ਨੂੰ ਸਮਝਣ ਦੇ ਯੋਗ ਨਾ ਹੋਵਾਂਗੇ। ਕੋਈ ਵੀ ਆਪਣੇ ਗਿਆਨ ਦੁਆਰਾ ਖੁਦਾ ਨੂੰ ਸਮਝ ਨਹੀਂ ਸਕਦਾ। ਕੋਈ, ਇਸ ਕਰਕੇ ਨਬੀ ਕਹਿੰਦਾ ਆਪਣੇ ਗਿਆਨ ਉੱਤੇ ਨਿਰਭਰ ਨਾ ਰਹੋ। ਜੇ ਕੋਈ ਵੀ ਗੱਲ ਖੁਦਾ ਨੇ ਕਹੀ ਆ, ਤੁਸੀਂ ਆਪਣੇ ਗਿਆਨ ਦੁਆਰਾ ਉਹਨੂੰ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਸਮਝ ਨਹੀਂ ਸਕਦੇ ਜਦੋਂ ਤੱਕ ਪਵਿੱਤਰ ਆਤਮਾ ਆ ਕੇ ਤੁਹਾਨੂੰ ਨਾ ਸਮਝਾਵੇ ਵੀ ਇਸ ਵਚਨ ਦਾ ਕੀ ਮਤਲਬ ਹੈ। ਕੋਈ ਬੰਦਾ ਬਾਈਬਲ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਨਬੀ ਕਹਿੰਦਾ ਖੁਦਾ ਦੀਆਂ ਤਿਆਰੀਆਂ ਉਹਨਾਂ ਲੋਕਾਂ ਲਈ ਬਹੁਤ ਹੀ ਹਾਸੋਹੀਣੀਆਂ ਹਨ ਜਿਹੜੇ ਗਿਆਨ ਦੇ ਰੂਪ ਉੱਤੇ ਨਿਰਭਰ ਹਨ। ਨਬੀ ਕਹਿੰਦਾ ਜਿਹੜੇ ਲੋਕ ਗਿਆਨ ਦੇ ਰੂਪ, ਸੰਸਾਰ ਦੇ ਰੂਪ ਉੱਤੇ ਜਿਹੜਾ ਨਬੀ ਨੇ ਕਿਹਾ ਹਾਸੋਹੀਣੀਆਂ ਹਨ, ਜਿਹੜੇ ਗਿਆਨ ਦੇ ਰੂਪ ਉੱਤੇ ਨਿਰਭਰ ਹੁੰਦੇ ਹਨ। ਜਿਹੜੇ ਲੋਕ ਗਿਆਨ ਦੇ ਰੁੱਖ ਉੱਤੇ ਨਿਰਭਰ ਹਨ, ਉਹਨਾਂ ਲਈ ਖੁਦਾ ਦੀਆਂ ਗੱਲਾਂ ਬੜੀ ਹਾਸੋਹੀਣੀਆਂ ਹਨ। ਇਹਦਾ ਉਸ ਸਮੇਂ ਨੂਹ ਦਾ ਮਜ਼ਾਕ ਉਡਾਇਆ ਜਾਂਦਾ ਸੀਗਾ, ਕਿਉਂਕਿ ਨਬੀ ਨੇ ਕਿਹਾ ਉਸ ਸਮੇਂ ਇੰਨੇ ਇੰਟੈਲੀਜੈਂਟ ਸਾਇੰਟਿਸਟ ਸੀਗੇ ਜਿੰਨੇ ਅੱਜ ਨਹੀਂ। ਅੱਜ ਸਾਡੇ ਕੋਲ ਇੰਨੇ ਇੰਟੈਲੀਜੈਂਟ ਲੋਕ, ਇੰਨੇ ਸਾਇੰਟਿਸਟ ਨਹੀਂ ਆ ਇੰਟੈਲੀਜੈਂਟ ਜਿੰਨੇ ਉਸ ਸਮੇਂ ਸੀਗੇ। ਤੇ ਉਹਨਾਂ ਨੇ ਨੂਹ ਦਾ ਮਜ਼ਾਕ ਉਡਾਇਆ ਸੀ।
ਵੀ ਇਹ ਕਿਸ਼ਤੀ ਬਣਾਉਣ 'ਚ ਲੱਗਾ ਤੇ ਕੋਈ ਵਰਖਾ ਨਹੀਂ ਹੋਵੇਗੀ। ਇਸ ਕਰਕੇ ਨਬੀ ਕਹਿੰਦਾ ਖੁਦਾ ਦੀ ਤਿਆਰੀ ਸਰੀਰਕ ਦਿਮਾਗ ਲਈ ਪੂਰੀ ਤਰ੍ਹਾਂ ਹਾਸੋਹੀਣੀ ਹੁੰਦੀ ਹਨ, ਕਿਉਂਕਿ ਸਰੀਰਕ ਦਿਮਾਗ ਉਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ। ਜੇ ਅੱਜ ਅਸੀਂ ਕਹਿੰਦੇ ਆ ਰੈਪਚਰ ਹੋਣ ਵਾਲਾ ਆ, ਆਪਣੇ ਜੀਵਨ ਦਾ ਸੁਧਾਰ ਕਰੋ, ਤੇ ਲੋਕ ਹੱਸਦੇ ਆ, ਉਹ ਕਹਿੰਦੇ ਬੰਦਾ ਪਾਗਲ ਹੋ ਗਿਆ। ਇਹ ਕਹਿੰਦਾ ਖੁਦਾ ਦੇ ਕੰਮ ਕਰੋ, ਖੁਦਾ ਦੇ ਕੰਮ ਕਰੋ। ਲੇਕਿਨ ਨਬੀ ਕਹਿੰਦਾ ਇਹੋ ਜਿਹੇ ਆਤਮਿਕ ਲੋਕਾਂ ਨੂੰ ਲੋਕ ਮਜ਼ਾਕ ਉਡਾਉਂਦੇ, ਇਹੋ ਜਿਹੇ ਆਤਮਿਕ ਲੋਕਾਂ ਤੋਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਸਮਝ ਨਹੀਂ ਆ। ਇੱਕ ਆਤਮਿਕ ਬੰਦੇ ਨੂੰ ਸਮਝ ਨਹੀਂ ਆ, ਲੇਕਿਨ ਸਰੀਰਕ ਬੰਦਾ ਕਹਿੰਦਾ ਮੈਨੂੰ ਸਮਝ ਹੈ ਵਚਨ ਦੀ, ਕਿਉਂਕਿ ਉਹ ਬੜਾ ਇੰਟੈਲੀਜੈਂਟ ਆ, ਉਸਕੋ ਪੜ੍ਹਾਈ ਲਿਖਾਈ ਹੈ, ਉਸਕੋ ਵਧੀਆ ਕੱਪੜੇ ਆ। ਲੇਕਿਨ ਜੇ ਇੱਕ ਬੰਦਾ ਵਚਨ ਦਾ ਸੱਚਾ ਪ੍ਰਚਾਰ ਕਰ ਰਿਹਾ ਤੇ ਲੋਕ ਉਹਨੂੰ ਕਹਿ ਦਿੰਦੇ ਆ ਇਹਦੇ ਕੋ ਕੋਈ ਸਮਝ ਨਹੀਂ ਆ, ਕਿਉਂਕਿ ਉਹ ਖੁਦਾ ਦੀਆਂ ਗੱਲਾਂ ਨੂੰ ਨਬੀ ਕਹਿੰਦਾ ਸਮਝ ਨਹੀਂ ਸਕਦੇ। ਕਿਉਂਕਿ ਇਸ ਲਈ ਇਹ ਗੱਲਾਂ ਉਹਨਾਂ ਲਈ ਮੂਰਖਤਾਈ ਹਨ। ਉਹ ਕਹਿੰਦਾ ਇਹ ਗੱਲਾਂ ਨੂੰ ਮੂਰਖਤਾਈ ਸਮਝਦੇ ਆ ਵੀ ਕਿੱਦਾਂ ਇਦਾਂ ਹੋ ਜਾਵੇਗਾ, ਇਹ ਜਿਹੜੀਆਂ ਗੱਲਾਂ ਕਰਦੇ ਉਹ ਕਿੱਦਾਂ ਹੋ ਜਾਣੀਆਂ ਪੂਰੀਆਂ। ਲੇਕਿਨ ਜੇ ਖੁਦਾ ਨੇ ਕਿਹਾ ਆ ਤੇ ਉਸੇ ਤਰ੍ਹਾਂ ਹੋਵੇਗਾ। ਜੇ ਨਬੀ ਨੂੰ ਖੁਦਾ ਨੇ ਕਿਹਾ ਸੀਗਾ, ਨੂਹ ਨੂੰ ਖੁਦਾ ਨੇ ਕਿਹਾ ਸੀਗਾ ਵੀ ਵਰਖਾ ਹੋਵੇਗੀ, ਤੇ ਇਹਦਾ ਮਤਲਬ ਸੀ ਵਰਖਾ ਹੋਵੇਗੀ। ਕਿੰਨੇ ਸਾਲ ਲੱਗਣਗੇ ਇਹਦੇ ਨਾਲ ਕੋਈ ਮਤਲਬ ਨਹੀਂ ਸੀ। ਅੱਜ ਵੀ ਖੁਦਾ ਕਹਿ ਰਿਹਾ ਆ ਵੀ ਮੈਂ ਕਿਰਪਾ ਦੇ ਸਿੰਘਾਸਨ ਤੇ ਬੈਠਾ ਆ, ਤੁਸੀਂ ਆਪਣੇ ਆਪਣੇ ਗੁਨਾਹ ਪਾਪਾਂ ਤੋਂ ਤੋਬਾ ਕਰੋ ਤੇ ਮੇਰੇ ਕੋਲ ਆਓ, ਤੁਸੀਂ ਬਚਾਏ ਜਾਓਗੇ। ਜੇ ਕੋਈ ਵਿਸ਼ਵਾਸ ਨਹੀਂ ਕਰਦਾ ਤੇ ਜ਼ਰੂਰ ਹੈ ਉਹ ਮਾਰਿਆ ਜਾਵੇ। ਹੁਣ ਦੋਸਤੋ ਸੁਣੋ, ਅਤੇ ਤੁਸੀਂ ਔਰਤੋ ਉਹ ਮੁਬਾਰਕ ਕੁਵਾਰੀ ਮਰੀਮ ਆਤਮਾ ਦੀ ਮੈਂ ਪੀਤੇ ਹੋਏ ਲੋਕਾਂ ਦੇ ਉਸ ਝੁੰਡ ਦੇ ਨਾਲ ਸੀ। ਨਬੀ ਕਹਿੰਦਾ ਮਰੀਮ ਵੀ ਜਦੋਂ 120 ਦੀ ਜਮਾਤ ਦੇ ਉੱਪਰ ਪਵਿੱਤਰ ਆਤਮਾ ਉਤਰਿਆ, ਮਰੀਮ ਵੀ ਉਸ ਸਥਾਨ ਦੇ ਵਿੱਚ ਸੀ ਜਦੋਂ 120 ਦੀ ਜਮਾਤ ਤੇ ਪਵਿੱਤਰ ਆਤਮਾ ਉਤਰਿਆ। ਅਤੇ ਜੇਕਰ ਖੁਦਾ ਦੀ ਮਾਂ ਨੂੰ ਪਵਿੱਤਰ ਆਤਮਾ ਦਾ ਬਸਮਾ ਪ੍ਰਾਪਤ ਕਰਨ ਅਤੇ ਇਸ ਪ੍ਰਕਾਰ ਦੀ ਕਾਰਵਾਈ ਕਰਨ ਤੋਂ ਬਿਨਾਂ ਸਵਰਗ ਵਿੱਚ ਆਉਣ ਨਹੀਂ ਦਿੱਤਾ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਉਸ ਤੋਂ ਘੱਟ ਕਿਸੇ ਹੋਰ ਚੀਜ਼ ਨਾਲ ਉੱਥੇ ਚਲੇ ਜਾਓਗੇ? ਭਾਈ ਬ੍ਰਾਹਨਮ ਕਹਿੰਦੇ ਜੇ ਮਰੀਮ ਪਵਿੱਤਰ ਆਤਮਾ ਦਾ ਬਸਮਾ ਪਾਏ ਬਿਨਾਂ ਸਵਰਗ ਵਿੱਚ ਨਹੀਂ ਜਾ ਸਕਦੀ ਸੀ, ਤੇ ਤੁਸੀਂ ਕੀ ਸੋਚਦੇ ਹੋ ਫਿਰ ਵੀ ਕੱਲਾ ਵਿਸ਼ਵਾਸ ਕਰ ਲਿਆ ਤੇ ਬਚਾਏ ਜਾਓਗੇ? ਮਰੀਮ ਨੂੰ ਵੀ ਉਸ ਜਗ੍ਹਾ ਵਿੱਚ ਜਾਣ ਦੇ ਲਈ ਪਵਿੱਤਰ ਆਤਮਾ ਦਾ ਬਸਮਾ ਲੈਣਾ ਪਿਆ। ਜੇ ਤੁਹਾਡੇ ਕੋਲ ਪਵਿੱਤਰ ਆਤਮਾ ਦਾ ਬਸਮਾ ਨਹੀਂ ਆ, ਤੁਸੀਂ ਕਦੇ ਵੀ ਖੁਦਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਜਿੰਨੇ ਮਰਜ਼ੀ ਕੋਈ ਨਬੀ ਦੇ ਸੰਦੇਸ਼ ਪੜ੍ਹਦਾ ਹੋਵੇ, ਜਿੰਨੇ ਮਰਜ਼ੀ ਕੋਈ ਸੰਦੇਸ਼ ਸੁਣਦਾ ਹੋਵੇ, ਜੇ ਤੁਹਾਡੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਨਹੀਂ ਹੈ, ਨਬੀ ਕਹਿੰਦਾ ਤੁਸੀਂ ਉਸ ਥਾਂ ਦੇ ਵਿੱਚ ਜਾ ਨਹੀਂ ਸਕਦੇ। ਕਿਉਂਕਿ ਸਾਫ਼ ਲਿਖਿਆ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਉਸ ਤੋਂ ਘੱਟ ਕਿਸੇ ਹੋਰ ਚੀਜ਼ ਨਾਲ ਉੱਥੇ ਚਲੇ ਜਾਓਗੇ? ਜੇ ਮਰੀਮ ਨੂੰ ਪਵਿੱਤਰ ਆਤਮਾ ਦਾ ਬਸਮਾ ਲੈਣਾ ਪਿਆ, ਖੁਦਾ ਦੀ ਮਾਂ ਨੂੰ, ਯੀਸ਼ੂ ਮਸੀਹ ਦੀ ਮਾਂ ਨੂੰ ਪਵਿੱਤਰ ਆਤਮਾ ਦਾ ਬਸਮਾ ਲੈਣਾ ਪਿਆ, ਤੇ ਤੁਹਾਨੂੰ ਵੀ ਪਵਿੱਤਰ ਆਤਮਾ ਦਾ ਬਸਮਾ ਲੈਣਾ ਪਵੇਗਾ। ਬਿਨਾਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਕੋਈ ਵੀ ਖੁਦਾ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ। ਕਿਉਂਕਿ ਖੁਦਾਵੰਦ ਧਰਤੀ ਤੇ ਆਪਣੇ ਲੋਕਾਂ ਨੂੰ ਕੀ ਕਰਦਾ? ਤਿਆਰੀ ਕਰਵਾਉਂਦਾ ਹੈ। ਬਿਨਾਂ ਤਿਆਰੀ ਤੋਂ ਕੋਈ ਵੀ ਖੁਦਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ, ਪ੍ਰਵੇਸ਼ ਨਹੀਂ ਹੋ ਸਕਦਾ। ਨਬੀ ਨੇ ਕਿਹਾ ਆਰੰਭ ਵਿੱਚ ਜਦੋਂ ਆਦਮ ਅਤੇ ਹਵਾ, ਆਦਮੀ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਤਿਆਰ ਕਰਨ ਦਾ ਯਤਨ ਕੀਤਾ ਹੈ। ਉਹ ਜੀ ਹਾਂ ਸ਼੍ਰੀਮਾਨ, ਉਹ ਆਪਣੇ ਆਪ ਨੂੰ ਤਿਆਰ ਕਰਨ ਦਾ ਯਤਨ ਕਰਦਾ ਹੈ। ਜਦੋਂ ਉਸਨੇ ਆਰੰਭ ਵਿੱਚ ਪਹਿਲਾ ਪਾਪ ਕੀਤਾ ਤਾਂ ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਸਨੇ ਬਾਹਰ ਜਾ ਕੇ ਆਪਣੇ ਆਪ ਲਈ ਇੱਕ ਤਹਿਮਤ ਬਣਾਇਆ ਹੰਜੀਰ ਦੇ ਪੱਤਿਆਂ ਦਾ। ਇਹ ਉਸਨੇ ਆਪਣੇ ਦੁਆਲੇ ਲਪੇਟਿਆ, ਉਹ ਆਪਣੇ ਲਈ ਬਣਾ ਰਿਹਾ ਸੀ। ਹੁਣ ਧਰਮ ਸ਼ਬਦ ਦਾ ਅਰਥ ਹੁੰਦਾ ਹੈ ਪਰਦਾ। ਹੁਣ ਆਦਮ ਤੇ ਹਵਾ ਨੇ ਜਦੋਂ ਗਲਤੀ ਕੀਤੀ, ਉਹਨਾਂ ਨੇ ਹੰਜੀਰ ਦੇ ਪੱਤਿਆਂ ਦੇ ਕੱਪੜੇ ਬਣਾਏ, ਤਹਿਮਤ ਬਣਾਏ। ਤੇ ਨਬੀ ਨੇ ਕਿਹਾ ਧਰਮ ਸ਼ਬਦ ਦਾ ਅਰਥ ਹੁੰਦਾ ਹੈ ਪਰਦਾ, ਅਤੇ ਆਦਮ ਅਤੇ ਹਵਾ ਨੇ ਆਪਣੇ ਆਪ ਲਈ ਇੱਕ ਧਰਮ ਬਣਾਇਆ, ਇੱਕ ਪਰਦਾ ਬਣਾ ਲਿਆ। ਜਦੋਂ ਖੁਦਾ ਨੇ ਉਹਨਾਂ ਨੂੰ ਬੁਲਾਇਆ ਅਤੇ ਉਹਨਾਂ ਨੇ ਖੁਦਾ ਨਾਲ ਆਮਣੋ ਸਾਹਮਣਾ ਕੀਤਾ, ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਮਨੁੱਖ ਆਧਾਰਿਤ ਧਰਮ ਠੀਕ ਨਹੀਂ ਹੈ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਜਿਹੜਾ ਧਰਮ ਅਸੀਂ ਬਣਾ ਲਿਆ, ਜਿਹੜਾ ਅਸੀਂ ਪਰਦਾ ਬਣਾ ਲਿਆ, ਉਹ ਠੀਕ ਨਹੀਂ ਆ।
क्योंकि खुदा के सामने कोई भी बंदा लुक नहीं सकता। वो चाहे अपना एक धर्म बना लवे, चाहे अपने आप को पर्दे के पिछे करने की कोशिश करे, खुदा हरेक बंदे के हिरदे नूं जांचदा है। जेकर तुहाडे कोल पवित्र आत्मा तो बगैर कोई होर चीज है अते मौत तुहाडे शरीर ते हमला करे तां तुसीं वेखोगे कि आदमी का बनाया होया धर्म मौत दे समय ठहरेगा नहीं। नबी ने साफ ते स्पष्ट क्लीयर किया भी जे तुहाडे कोल पवित्र आत्मा तो बगैर कोई होर चीज है ते जदों मौत तुहाडे उत्ते अटैक करेगी तां तुसीं वेखोगे कि आदमी का बनाया होया धर्म मौत दे समय ठहरेगा नहीं। इस करके खुदा दे विच खुदा चाहता भी तुसीं उहदे वचनां दे विच परफेक्ट हो जावो। खुदा अज सिखा रहा है अपने लोगों को, क्योंकि खुदा ने जो अपनी दुल्हन नूं लैण आना, दुल्हन नूं लिजाण तो पहलों उन्हें दुल्हन की तैयारी करवानी है पूरी तरह। वचन दे नाल श्रृंगार करके दुल्हन नूं लैके जाना। उन्हें ये नहीं भी कोई अपने आप नूं कहे मैं दुल्हन का हिस्सा हाँ ते वो वचन नूं पूरा ना करता होवे, विश्वास करता होवे लेकिन कर्म ना करता होवे ते वो बंदा रैप्चर दे विच नहीं जाएगा। ये गल साफ ते स्पष्ट है, क्योंकि विश्वास का भूत भी करते हैं। कल्ले विश्वास के नाल किसी का बचाया जाना नहीं है। अज लोगों को यही भुलेखा है कि असीं विश्वास कर रहे हैं, डिनोमिनेशन चर्चा भी विश्वास करती हैं ते की वो बचा लिए जाएंगे, क्योंकि उन्होंने वचन को पूरा ही नहीं किया। बैप्टाइज प्रभु यीशु मसीह के नाम दे विच है ते डिनोमिनेशन चर्चा दे विच बैप्टाइज किया जाता है दुष्टांत बोल के। विश्वास तो किया लेकिन कर्म नहीं किया ते बचाया जाना नहीं होगा। यीशु मसीह ने कहा सी निकोदेमुस नूं, जदों तक कोई जल अते आत्मा दे नाल नहीं जमदा खुदा दे राज विच प्रवेश नहीं करेगा। इस करके विश्वास करना काफी नहीं है, कर्म करना भी जरूरी है, क्योंकि विश्वास ना भूत भी करते हैं। ते जे तुसी भूतां वाला विश्वास लैके फिर रहे हो ते खुदा दे कोलों कुछ भी प्राप्त नहीं करोगे, क्योंकि भूत सी विश्वास करते हैं, क्योंकि उन्होंने पता है कि यीशु मसीह सच है, एक कोई खुदा है, लेकिन वो कर्म नहीं कर सकते क्योंकि वो बीत चुका समा है, उन्होंने समा निकल चुका। लेकिन अज तुहाडे कोल समा है, तुसी विश्वास के नाल नाल कर्म भी कर सकते हो, खुदा के कामां नूं भी कर सकते हो। हुण मैं ध्यान दिंदा हां कि हवा ते आदम ने अपने आप नूं हंजीर दे कुछ पत्तियां विच लपेट लिया, पर जदों खुदा नाल सामना करन दा मौका आया वो दोषी ठहरा दिते गए। अपने आप नूं हंजीर दे पत्तियां दे नाल तां लपेट लिया उन्होंने, जदों उन्होंने पता लग्या भी असीं नंगे आ, लेकिन जदों खुदा दे नाल सामना होया ते दोषी ठहरा दिते गए, क्योंकि खुदा दे नाल कोई भी धोखा नहीं कर सकता। उन्होंने महसूस किया कि मनुख दा बनाया होया धर्म काम नहीं करेगा, इसलिए जदों खुदा ने उन्होंने बुलाया ते वो शर्मिंदगी दा उन्होंने सामना करना पिया, क्योंकि उन्होंने खुदा दी आज्ञा नूं तोड़िया सीगा। जे नबी कहंदा तुसीं भी खुदा दी आज्ञा नूं तोड़दे हो ते तुसीं संकट विच पै सकदे हो, तुसीं बर्बादी विच जा सकदे हो। नबी ने कहा वेखो मनुख कदे खुदा नूं समझ नहीं सकता। वो कहंदा मनुख कदे भी खुदा नूं समझ नहीं सकता, तुहानू बस उसदा विश्वास करना पैना है। तानू की करना पैना, सिर्फ उसदा विश्वास करना पैना है। मैं किवें अपनी छोटी लड़की नूं समझा सकदा हां जे वो मेरे तिखे ब्लेड नूं लैके अपने चेहरे उत्ते घुमाउण दी मंग करे, मैं किवें कर सकदा हां कि मैं उसनूं समझा सकदा हां कि ये उसनूं की करेगा। वो तो बस 2 साल दी है, उसनूं मेरा विश्वास करना पैना है, इहो ही सच्चाई है। मैं बस इन्ना कहंदा हां तू इसनूं लै नहीं सकदी। और नबी कहंदा मेरी छोटी बेटी है 2 साल दी, वो ब्लेड लैके अपने मूँह ते फेरे ते की मैं उन्होंने समझा नहीं सकता कुछ भी, क्योंकि उन्हें उन्हां गल्लां नूं समझना नहीं है। लेकिन उन्होंने तो सिर्फ मेरी गल ते विश्वास भी करना पैना है। जे अज खुदा अपने लोगों को कुछ समझाने की कोशिश कर रहा है ते तुहानूं उहदे उपर विश्वास करना पैना। हो सकदा तुसीं अपने दिमाग में बहुत कुछ सोचते हो कि असीं इदां कर लीए, असीं उदां कर लीए, लेकिन
ਜੇ ਖੁਦਾ ਤੁਹਾਨੂੰ ਕਿਸੇ ਚੀਜ਼ ਲਈ ਮਨਾ ਕਰਦਾ ਤੇ ਤੁਹਾਨੂੰ ਮਨਾ ਹੋਣਾ ਪੈਣਾ। ਇਸ ਕਰਕੇ ਉਹਨੇ ਇਸ ਯੁੱਗ ਦੇ ਵਿੱਚ ਇੱਕ ਨਬੀ ਨੂੰ ਭੇਜਿਆ, ਜਿਨੇ ਵਚਨ ਦੇ ਦੁਆਰਾ ਲੋਕਾਂ ਨੂੰ ਸਿਖਾਇਆ ਤੁਹਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ, ਤੁਸੀਂ ਕਿੱਦਾਂ ਦਾ ਇੱਕ ਮਸੀਹ ਜੀਵਨ ਜੀ ਸਕਦੇ ਹੋ। ਫਿਰ ਨਬੀ ਕਹਿੰਦਾ ਕੀ ਹੋਵੇ ਜੇ ਮੇਰੀ ਛੋਟੀ ਲੜਕੀ 3 ਸਾਲ ਦੀ ਜਾਂ 2 ਸਾਲ ਦੀ ਹੋਵੇ, ਮੇਰੀ ਬੰਦੂਕ ਲੈ ਕੇ ਘੋੜੇ ਨੂੰ ਪਿਛਾਂ ਕਰੇ ਅਤੇ ਇਸ ਵਿੱਚ ਰੋਂਦ ਪਾ ਦੇਵੇ, ਉਹ ਇਸ ਨਾਲ ਖੇਡਣਾ ਚਾਹੇ, ਇਸ ਲਈ ਚੀਖੇ ਚਿਲਾਵੇ ਅਤੇ ਇਸ ਨੂੰ ਘੁੱਟ ਕੇ ਪੜੀ ਰੱਖੇ। ਇਹ ਕੋਈ ਮਾਇਨੇ ਨਹੀਂ ਰੱਖਦਾ ਉਹ ਕਿੰਨਾ ਜ਼ਿਆਦਾ ਇਸ ਨੂੰ ਚਾਹੁੰਦੀ ਹੈ, ਮੈਂ ਉਸ ਨੂੰ ਇਹ ਨਹੀਂ ਲੈਣ ਦਿਆਂਗਾ। ਕਹਿੰਦਾ ਮੇਰੀ ਬੇਟੀ ਬੰਦੂਕ ਲੈ ਲਵੇ, ਉਹਨੂੰ ਫੜੀ ਰੱਖੇ, ਉਹ ਜਿੰਨਾ ਮਰਜ਼ੀ ਚੀਖੇ ਚਲਾਵੇ, ਜਿੰਨੀ ਮਰਜ਼ੀ ਉਸ ਨੂੰ ਪਸੰਦ ਕਰਦੀ ਹੋਵੇ ਬੰਦੂਕ ਨੂੰ, ਲੇਕਿਨ ਮੈਂ ਉਸ ਨੂੰ ਲੈਣ ਨਹੀਂ ਦਊਂਗਾ, ਕਿਉਂਕਿ ਨਬੀ ਕਹਿੰਦਾ ਮੈਨੂੰ ਪਤਾ ਹੈ ਕਿ ਉਹ ਬੰਦੂਕ ਦੇ ਨਾਲ ਉਸ ਨੂੰ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਖੁਦਾ ਵੀ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦੇ ਵਿੱਚ ਜਾਣ ਨਹੀਂ ਦਿੰਦਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ। ਇਸ ਕਰਕੇ ਖੁਦਾਵੰਦ ਅੱਜ ਤਿਆਰੀ ਕਰਵਾ ਰਿਹਾ ਹੈ ਆਪਣੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ ਤਿਆਰੀ ਕਰਵਾ ਰਿਹਾ ਹੈ। ਠੀਕ ਹੈ ਨਾ, ਬਿਨਾਂ ਤਿਆਰੀ ਤੋਂ ਕੋਈ ਵੀ ਬੰਦਾ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਖੁਦਾਵੰਦ ਅੱਜ ਕੀ ਕਰਾ ਰਿਹਾ? ਤਿਆਰੀ ਕਰਵਾ ਰਿਹਾ ਹੈ। ਇੱਕ ਵਿਅਕਤੀ ਨੇ ਖੁਦਾ ਦੇ ਆਤਮਾ ਤੋਂ ਜਨਮ ਪਾਉਣਾ, ਫਿਰ ਤੋਂ ਪੈਦਾ ਹੋਣਾ, ਇੱਕ ਨਵੀਂ ਸ੍ਰਿਸ਼ਟੀ ਬਣਨਾ ਪੈਣਾ ਹੈ। ਉਹ ਕਹਿੰਦਾ ਇੱਕ ਬੰਦੇ ਨੂੰ ਖੁਦਾ ਦੇ ਰਾਜ ਵਿੱਚ ਜਾਣ ਤੋਂ ਪਹਿਲਾਂ ਇੱਕ ਬੰਦੇ ਨੂੰ ਖੁਦਾ ਦੇ ਆਤਮਾ ਤੋਂ ਜਨਮ ਪਾਉਣਾ, ਫਿਰ ਤੋਂ ਪੈਦਾ ਹੋਣਾ, ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਕੋਈ ਬੰਦਾ ਭੁਲੇਖੇ 'ਚ ਨਾ ਰਵੇ। ਅੱਜ ਲੋਕ ਭੁਲੇਖੇ ਵਿੱਚ ਬੈਠੇ ਹਨ, ਲੋਕਾਂ ਦਾ ਮਸੀਹ ਜੀਵਨ ਸਹੀ ਨਹੀਂ ਹੈ ਤੇ ਲੋਕ ਕੀ ਆਸ ਕਰ ਰਹੇ ਹਨ? ਰੈਪਚਰ ਦੀ ਆਸ ਕਰ ਰਹੇ ਹਨ, ਤੇ ਬਿਨਾਂ ਪਵਿੱਤਰ ਆਤਮਾ ਤੋਂ ਕੋਈ ਰੈਪਚਰ ਵਿੱਚ ਨਹੀਂ ਜਾ ਸਕਦਾ। ਇਸ ਕਰਕੇ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ, ਨਹੀਂ ਤਾਂ ਉਹ ਬਰਬਾਦ ਹੈ। ਫਿਰ ਉਹ ਬੰਦਾ ਬਰਬਾਦ ਆ, ਭੁਲੇਖੇ ਵਿੱਚ ਆ, ਕਿਉਂਕਿ ਨਬੀ ਨੇ ਸਾਫ਼ ਤੇ ਸਪਸ਼ਟ ਕਿਹਾ ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ, ਨਹੀਂ ਤਾਂ ਉਹ ਬੰਦਾ ਬਰਬਾਦ ਹੈ। ਇਹ ਸੱਚ ਹੈ, ਇਹ ਬਿਲਕੁਲ ਸੱਚ ਗੱਲ ਹੈ। ਸਾਨੂੰ ਉਸ ਤੇ ਨਿਸ਼ਚਾ ਕਰਨੀ ਪੈਣੀ ਹੈ, ਸਾਨੂੰ ਇਸ ਨੂੰ ਕਬੂਲ ਕਰਨਾ ਪੈਣਾ ਹੈ। ਤੁਸੀਂ ਆਖਦੇ ਹੋ ਠੀਕ ਹੈ, ਜੇ ਮੈਂ ਵਿਸ਼ਵਾਸ ਕਰ ਲਵਾਂ ਇਹ ਮਾਮਲਾ ਹੱਲ ਕਰ ਦਿੰਦਾ ਹਾਂ। ਉਹ ਕਹਿੰਦਾ ਤੁਸੀਂ ਆਖਦੇ ਮੈਂ ਵਿਸ਼ਵਾਸ ਕਰ ਲਿਆ, ਮਾਮਲਾ ਹੱਲ ਆ, ਬਸ ਮੈਂ ਕਰਦਾ ਖੁਦਾ ਦੇ ਵਚਨ ਤੇ ਵਿਸ਼ਵਾਸ। ਉਹ ਕਹਿੰਦਾ ਏਦਾਂ ਨਹੀਂ ਚੱਲਣਾ, ਕੱਲਾ ਵਿਸ਼ਵਾਸ ਨਹੀਂ, ਇਹ ਮਾਮਲਾ ਹੱਲ ਨਹੀਂ ਕਰਦਾ। ਇੱਕ ਰਾਤ ਤੁਹਾਨੂੰ ਦੱਸਿਆ ਗਿਆ ਸੀ ਕਾਇਨ ਇੱਕ ਨਿਸ਼ਚਾਵਾਨ ਸੀ। ਹੁਣ ਤੁਹਾਨੂੰ ਪਤਾ ਨਬੀ ਕਹਿੰਦਾ ਕਾਇਨ ਵੀ ਨਿਸ਼ਚਾਵਾਨ ਸੀ। ਜੇ ਤੁਸੀਂ ਕਹਿੰਦੇ ਮੈਂ ਵਿਸ਼ਵਾਸ ਕਰਦਾ, ਕੋਈ ਗੱਲ ਨਹੀਂ, ਪਾਸਟਰ ਜੋ ਮਰਜ਼ੀ ਕਹੀ ਜਾਵੇ, ਕੋਈ ਕਰਮ ਕਰਨ ਦੀ ਲੋੜ ਨਹੀਂ ਹੈ। ਉਹ ਕਹਿੰਦਾ ਕਾਇਨ ਵੀ ਨਿਸ਼ਚਾਵਾਨ ਸੀ ਅਤੇ ਅੱਜ ਰਾਤ ਮੈਂ ਉਸ ਨਾਲੋਂ ਥੋੜਾ ਜ਼ਿਆਦਾ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸ਼ੈਤਾਨ ਇੱਕ ਨਿਸ਼ਚਾਵਾਨ ਹੈ। ਬਾਈਬਲ ਆਖਦੀ ਹੈ ਕਿ ਉਹ ਨਿਸ਼ਚਾ ਕਰਦਾ ਅਤੇ ਕੰਬਦਾ ਹੈ। ਸ਼ੈਤਾਨ ਕੌਣ? ਅੱਜ ਲੋਕ ਕਹਿੰਦੇ ਅਸੀਂ ਵਿਸ਼ਵਾਸੀ ਆ, ਸ਼ੈਤਾਨ ਵੀ ਵਿਸ਼ਵਾਸੀ ਆ। ਹੁਣ ਤੁਸੀਂ ਦੱਸੋ, ਤੁਸੀਂ ਕਿੱਦਾਂ ਫਰਕ ਪੈਦਾ ਕਰੋਗੇ ਵੀ ਸ਼ੈਤਾਨ ਨਾਲੋਂ ਤੁਸੀਂ ਜ਼ਿਆਦਾ ਵਧੀਆ ਸਥਾਨ ਤੇ ਹੋ? ਕਿਉਂਕਿ ਨਬੀ ਨੇ ਕਿਹਾ ਸ਼ੈਤਾਨ ਵੀ ਵਿਸ਼ਵਾਸੀ ਆ, ਤੇ ਅੱਜ ਲੋਕ ਕਹਿੰਦੇ ਅਸੀਂ ਵੀ ਵਿਸ਼ਵਾਸੀ ਆ। ਫਿਰ ਫੈਸਲਾ ਹੋਵੇਗਾ ਕਿੱਦਾਂ? ਉਹ ਨਿਸ਼ਚਾ ਕਰਦਾ ਤੇ ਕੰਬਦਾ ਹੈ, ਸ਼ੈਤਾਨ ਇੱਕ ਨਿਸ਼ਚਾਵਾਨ ਹੈ। ਹੁਣ ਜੇ ਖੁਦਾ ਵਿੱਚ ਨਿਸ਼ਚਾ ਤੇ ਵਿਸ਼ਵਾਸ ਹੀ ਸਭ ਕੁਝ ਹੈ, ਉਹ ਕਹਿੰਦਾ ਖੁਦਾ 'ਚ ਨਿਸ਼ਚਾ ਕਰਨਾ ਮਤਲਬ ਵਿਸ਼ਵਾਸ ਕਰਨਾ, ਖੁਦਾ ਦੇ ਬਲੀਵ ਕਰਨਾ ਹੀ ਸਭ ਕੁਝ ਹੈ। ਜੋ ਤੁਹਾਨੂੰ ਬਚਾਏ ਜਾਣ ਲਈ ਕਰਨਾ ਹੈ, ਫਿਰ ਤਾਂ ਖੁਦਾ ਦੇ ਵਚਨ ਦੇ ਮੁਤਾਬਿਕ ਸ਼ੈਤਾਨ ਵੀ ਬਚਿਆ ਹੋਇਆ ਹੈ। ਜੇ ਵਿਸ਼ਵਾਸ ਕਰਨਾ ਹੀ ਕਾਫੀ ਹੈ, ਲੋਕ ਕਹਿ ਦਿੰਦੇ ਅਸੀਂ ਕਰਦੇ ਤਾਂ ਹੈਗੇ ਵਿਸ਼ਵਾਸ, ਖੁਦਾ ਦੇ ਵਚਨ ਤੇ ਨਬੀ ਦੇ ਸੰਦੇਸ਼ਾਂ ਦੇ ਵਿਸ਼ਵਾਸ ਕਰਦੇ, ਹੋਰ ਕੀ ਕਰੀਏ? ਜਾਨ ਦੇ ਦਈਏ। ਹਾਂ, ਜੇ ਜਾਨ ਦੇਣੀ ਪਈ ਤੇ ਜਾਨ ਵੀ ਦੇਣੀ ਪੈਣੀ ਹੈ। ਨਬੀ ਕਹਿੰਦਾ ਵਿਸ਼ਵਾਸ ਤਾਂ ਭੂਤ ਵੀ ਕਰਦਾ ਆ, ਸ਼ੈਤਾਨ ਵੀ ਵਿਸ਼ਵਾਸ ਕਰਦਾ, ਫਿਰ ਤੇ ਸ਼ੈਤਾਨ ਵੀ ਬਚਾਇਆ ਹੋਇਆ। ਫਿਰ ਖੁਦਾ ਕਿਸ ਨਾਲ ਪੱਖ-ਪੱਖ ਥੋੜੀ ਕਰਦਾ। ਜੇ ਇਕੱਲੇ ਵਿਸ਼ਵਾਸ ਦੁਆਰਾ ਤੁਸੀਂ ਬਚਾਏ ਜਾ ਰਹੇ ਹੋ, ਫਿਰ ਤਾਂ ਸ਼ੈਤਾਨ ਵੀ ਬਚਿਆ ਹੋਇਆ, ਕਿਉਂਕਿ ਅੱਜ ਮਨੁੱਖਾਂ ਤੋਂ ਜ਼ਿਆਦਾ ਵਿਸ਼ਵਾਸ ਸ਼ੈਤਾਨ ਕਰਦਾ ਖੁਦਾ ਦੇ ਉੱਪਰ। ਮਨੁੱਖ ਇਹਨਾਂ ਵਿਸ਼ਵਾਸ ਨਹੀਂ ਕਰਦੇ ਜਿੰਨਾ ਸ਼ੈਤਾਨ ਵਿਸ਼ਵਾਸ ਕਰਦਾ ਹੈ। ਫਿਰ ਖੁਦਾ ਦੇ ਵਚਨ ਦੇ ਮੁਤਾਬਿਕ ਸ਼ੈਤਾਨ ਵੀ ਬਚਿਆ ਹੋਇਆ ਹੈ। ਇਹ ਸਹੀ ਹੈ, ਕਹਿੰਦਾ ਇਹ ਗੱਲ ਸਹੀ ਹੈ, ਫਿਰ ਤਾਂ ਸ਼ੈਤਾਨ ਵੀ ਬਚਿਆ ਹੋਇਆ। ਪਰ ਭਾਈ ਜੀ, ਇਸ ਨੂੰ ਪਵਿੱਤਰ ਆਤਮਾ ਨਵਾਂ ਜਨਮ, ਦੁਬਾਰਾ ਜਨਮ ਲੈਣਾ, ਮਸੀਹ ਯਿਸੂ ਵਿੱਚ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਕਹਿੰਦਾ ਏਦਾਂ ਗੱਲ ਨਹੀਂ ਬਣਨੀ। ਪਵਿੱਤਰ ਆਤਮਾ, ਨਵਾਂ ਜਨਮ, ਦੁਬਾਰਾ ਜਨਮ ਲੈਣਾ, ਮਸੀਹ ਯਿਸੂ ਵਿੱਚ ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਖੁਦਾ ਹੇਠਾਂ ਆਉਂਦਾ ਹੈ ਅਤੇ ਆਪਣਾ ਆਤਮਾ ਤੁਹਾਡੇ ਅੰਦਰ ਰੱਖਦਾ ਹੈ। ਜਦੋਂ ਅਗਾਂਹ ਤੋਂ ਤੁਸੀਂ ਆਪਣੇ ਆਪ ਦੇ ਨਹੀਂ ਰਹਿੰਦੇ ਹੋ, ਸਗੋਂ ਖੁਦਾ ਦੇ ਹੁੰਦੇ ਹੋ,
ਉਹ ਮੈਂ ਪਹਿਲਾਂ ਤੋਂ ਹੀ ਧਾਰਮਿਕ ਮਹਿਸੂਸ ਕਰਨ ਲੱਗ ਪਿਆ ਹੈ। ਭਾਈ ਬ੍ਰਾਹਨਮ ਕਹਿੰਦੇ ਮੈਂ ਪਹਿਲਾਂ ਤੋਂ ਜ਼ਿਆਦਾ ਧਾਰਮਿਕ ਮਹਿਸੂਸ ਕਰਨ ਲੱਗ ਪਿਆ। ਜਦੋਂ ਖੁਦਾ ਆਂਦਾ ਆ ਫਿਰ ਤੁਸੀਂ ਆਪਣੇ ਆਪ ਦੇ ਨਹੀਂ ਰਹਿੰਦੇ। ਤੁਸੀਂ ਦੇਖੋ ਖੁਦਾ ਦੇ ਲੋਕ ਜਿਹੜੇ ਕਹਿੰਦੇ ਅਸੀਂ ਖੁਦਾ ਦੇ ਲੋਕ ਆ, ਅਸੀਂ ਉਹਦੇ ਆਤਮਾ ਦੇ ਚਲਾਏ ਚੱਲਦੇ ਆ। ਜਦੋਂ ਖੁਦਾ ਦੇ ਵਚਨ ਦੀ ਵਾਰੀ ਆਂਦੀ ਆ ਤੇ ਲੋਕ ਭੱਜਣਾ ਸ਼ੁਰੂ ਕਰ ਦਿੰਦੇ। ਜਦੋਂ ਕਰਮ ਕਰਨ ਦੀ ਵਾਰੀ ਆਂਦੀ ਆ ਲੋਕੀ ਭੱਜਣਾ ਸ਼ੁਰੂ ਕਰ ਦਿੰਦੇ। ਓਹੋ, ਸੰਸਾਰ ਨੂੰ ਕਿੱਦਾਂ ਛੱਡਾਂ। ਫਿਰ ਤੁਹਾਡਾ ਵਿਸ਼ਵਾਸ ਭੂਤਾਂ ਵਾਲਾ ਵਿਸ਼ਵਾਸ ਹੈ। ਜੇ ਤੁਹਾਡੇ ਅੰਦਰ ਕਰਮ ਕਰਨ ਦੀ ਉਹ ਤਾਕਤ ਨਹੀਂ ਆ ਤੇ ਤੁਹਾਡਾ ਵਿਸ਼ਵਾਸ ਵੀ ਭੂਤਾਂ ਵਾਲਾ ਵਿਸ਼ਵਾਸ ਆ। ਠੀਕ ਹੈ ਨਾ। ਲੇਕਿਨ ਨਬੀ ਕਹਿੰਦਾ ਜਦੋਂ ਖੁਦਾ ਕਿਸ ਦੇ ਅੰਦਰ ਆਂਦਾ ਹੈ ਤੇ ਉਹ ਆਪਣੇ ਆਪ ਦਾ ਨਹੀਂ ਰਹਿੰਦਾ ਬੰਦਾ, ਉਹ ਭੈਣ ਭਾਈ ਫਿਰ ਆਪਣੇ ਆਪ ਦਾ ਹੀ ਰਹਿੰਦਾ। ਜਦੋਂ ਖੁਦਾ ਕਿਸ ਦੇ ਅੰਦਰ ਆ ਜਾਂਦਾ ਉਹ ਬੰਦੇ ਦਾ ਜੀਵਨ ਬਦਲ ਜਾਂਦਾ ਆ। ਉਹ ਹਰ ਕੰਮ ਦੇ ਵਿੱਚ ਖੁਦਾ ਨੂੰ ਪਹਿਲ ਦਿੰਦਾ ਆ ਤੇ ਇਹੋ ਜਿਹੇ ਲੋਕਾਂ ਨੂੰ ਲੋਕ ਪਸੰਦ ਨਹੀਂ ਕਰਦੇ। ਉਹ ਕਹਿੰਦੇ ਪਾਗਲ ਆ। ਜਿਹੜਾ ਬੰਦਾ ਖੁਦਾ ਦਾ ਕੰਮ ਕਰਦਾ, ਖੁਦਾ ਨੂੰ ਪਹਿਲ ਦਿੰਦਾ, ਲੋਕੀ ਉਹਨੂੰ ਕਹਿੰਦੇ ਪਾਗਲ ਆ। ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹਦੇ ਉੱਪਰ ਹੱਸਿਆ ਜਾਂਦਾ, ਉਹਦਾ ਮਜ਼ਾਕ ਉਡਾਇਆ ਜਾਂਦਾ। ਉਹ ਕਹਿੰਦੇ ਇੱਕੋ ਕੀ ਆ, ਵਚਨ ਲੈ ਕੇ ਘੁੰਮੀ ਜਾਂਦਾ ਕੱਲਾ। ਲੇਕਿਨ ਧਨ ਹੈ ਉਹ ਮਨੁੱਖ ਜਿਹਦੇ ਕੋਲ ਖੁਦਾ ਦਾ ਵਚਨ ਹੈ। ਪੈਸੇ ਨਾਲ ਕਿਸ ਦਾ ਬਚਾਵ ਨਹੀਂ ਹੋਣਾ, ਧਨ ਦੌਲਤ ਦੇ ਨਾਲ ਕਿਸ ਦਾ ਬਚਾਵ ਨਹੀਂ ਹੋਣਾ। ਜਦੋਂ ਤੱਕ ਤੁਹਾਡੇ ਕੋਲ ਖੁਦਾ ਦਾ ਵਚਨ ਨਹੀਂ, ਉਹਦੀ ਆਗਿਆਕਾਰੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਆ, ਜੋ ਖੁਦਾਵੰਦ ਤਿਆਰੀ ਕਰਾ ਰਿਹਾ ਤੁਸੀਂ ਉਹਦੀ ਤਿਆਰੀ ਦੇ ਵਿੱਚ ਨਹੀਂ ਚੱਲ ਰਹੇ ਤੇ ਤੁਸੀਂ ਬਚਾਏ ਨਹੀਂ ਜਾਵੋਗੇ। ਤੁਹਾਨੂੰ ਉਹਦੇ ਨਾਲ ਤਿਆਰੀ ਵਿੱਚ ਚੱਲਣਾ ਪੈਣਾ। ਖੁਦਾ ਤੁਹਾਨੂੰ ਤਿਆਰ ਕਰ ਰਿਹਾ ਆਪਣੇ ਪਵਿੱਤਰ ਆਤਮਾ ਦੁਆਰਾ, ਆਪਣੇ ਵਚਨਾਂ ਦੁਆਰਾ, ਸੰਦੇਸ਼ਾਂ ਦੁਆਰਾ ਤੁਹਾਨੂੰ ਤਿਆਰ ਕਰ ਰਿਹਾ ਹੈ ਤੇ ਤੁਹਾਨੂੰ ਉਹਦੀ ਤਿਆਰੀ ਵਿੱਚ ਚੱਲਣਾ ਪੈਣਾ ਹੈ। ਨਬੀ ਨੇ ਕਿਹਾ ਖੁਦਾ ਆਪਣੀ ਤਿਆਰੀ ਵਿੱਚ ਹੈ। ਪਿਛਾਂ ਜਦੋਂ ਖੁਦਾ ਸੰਸਾਰ ਨੂੰ ਨਾਸ਼ ਕਰਨ ਵਾਲਾ ਸੀ, ਉਸਨੇ ਸੰਸਾਰ ਨੂੰ ਨਾਸ਼ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਬਚਾਅ ਲਈ ਇੱਕ ਤਿਆਰੀ ਕੱਲੀ। ਕਹਿੰਦਾ ਜਦੋਂ ਖੁਦਾ ਨੇ ਨੂਹ ਦੇ ਸਮੇਂ ਲੋਕਾਂ ਨੂੰ ਨਾਸ਼ ਕਰਨਾ ਸੀ ਤੇ ਉਹਨੇ ਆਪਣੇ ਲੋਕਾਂ ਦੇ ਲਈ ਇੱਕ ਤਿਆਰੀ ਕੱਲੀ। ਜਿਹੜੇ ਬਚਨ ਦੀ ਇੱਛਾ ਰੱਖਦੇ ਸਨ ਉਹ ਹਮੇਸ਼ਾ ਹੀ ਤਿਆਰ ਕਰਦਾ ਹੈ। ਉਹ ਨਿਆਂ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। 120 ਸਾਲ ਨੂਹ ਤੋਂ ਕਹਿੰਦਾ ਪ੍ਰਚਾਰ ਕਰਵਾਇਆ, ਲੇਕਿਨ ਨੂਹ ਨੇ ਵੀ ਵਿਸ਼ਵਾਸ ਕੀਤਾ, ਉਹਦੇ ਪਰਿਵਾਰ ਨੇ ਵਿਸ਼ਵਾਸ ਕੀਤਾ ਤੇ ਖੁਦਾ ਨੇ ਉਹਨਾਂ ਦੀ ਤਿਆਰੀ ਕਰਵਾਈ ਤੇ ਉਹਨਾਂ ਨੂੰ ਕਿਸ਼ਤੀ ਦੇ ਵਿੱਚ ਲੈ ਕੇ ਚਲਾ ਗਿਆ ਖੁਦਾ। ਤੇ ਬਾਕੀਆਂ ਦਾ ਕੀ ਕੀਤਾ, ਅੰਤ ਕਰ ਦਿੱਤਾ। ਉਹ ਨਿਆਂ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। ਖੁਦਾਵੰਦ ਕਿਸੇ ਨੂੰ ਮਾਰਨ ਤੋਂ ਪਹਿਲਾਂ, ਨਿਆਂ ਲਿਆਉਣ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। ਜੇ ਕੋਈ ਅੱਜ ਉਹਦੀ ਦਇਆ ਨੂੰ ਠੁਕਰਾਉਂਦਾ ਆ ਤੇ ਉਹ ਬੰਦਾ ਖਤਮ, ਕੋਈ ਬਚਾਵ ਨਹੀਂ ਉਸ ਬੰਦੇ ਦਾ, ਜੋ ਮਰਜ਼ੀ ਉਹ ਕਰ ਲਵੇ। ਅਤੇ ਜੇ ਮਨੁੱਖ ਕਿਰਪਾ ਨੂੰ ਰੱਦ ਦੇਣ ਤਾਂ ਸਿਰਫ ਇੱਕੋ ਹੀ ਚੀਜ਼ ਰਹਿ ਜਾਂਦੀ ਹੈ। ਨਬੀ ਕਹਿੰਦਾ ਜੇ ਲੋਕ ਕਿਰਪਾ ਨੂੰ ਰੱਦ ਦੇਣ, ਅੱਜ ਖੁਦਾਵੰਦ ਕਿੱਥੇ ਬੈਠਾ ਹੈ? ਅੱਜ ਖੁਦਾਵੰਦ ਕਿਰਪਾ ਦੇ ਸਿੰਘਾਸਨ ਤੇ ਬੈਠਾ ਆ। ਅੱਜ ਲੋਕਾਂ ਨੂੰ ਇਹ ਨਹੀਂ ਪਤਾ ਖੁਦਾਵੰਦ ਬੈਠਾ ਕਿਹੜੇ ਸਿੰਘਾਸਨ ਤੇ ਹੈ। ਖੁਦਾਵੰਦ ਅੱਜ ਕਿਰਪਾ ਦੇ ਸਿੰਘਾਸਨ ਤੇ ਬੈਠਾ ਆ। ਅਤੇ ਜੇ ਮਨੁੱਖ ਕਿਰਪਾ ਨੂੰ ਰੱਦ ਦੇਣ ਤਾਂ ਸਿਰਫ ਇੱਕੋ ਹੀ ਚੀਜ਼ ਰਹਿ ਜਾਂਦੀ ਹੈ, ਉਹ ਨਿਆਂ ਹੁੰਦਾ ਹੈ। ਅਤੇ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ। ਨਬੀ ਕਹਿੰਦਾ ਜੇ ਤੁਸੀਂ ਖੁਦਾ ਦੀ ਕਿਰਪਾ ਨੂੰ ਰੱਦ ਦਿੰਦੇ ਹੋ ਤੇ ਫਿਰ ਇੱਕੋ ਹੀ ਚੀਜ਼ ਰਹਿ ਜਾਂਦੀ ਆ, ਨਿਆਂ। ਲੇਕਿਨ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ, ਤੁਸੀਂ ਆਪੇ ਆਪਣਾ ਨਿਆਂ ਕਰਦੇ ਹੋ। ਨਬੀ ਕਹਿੰਦਾ ਤੁਸੀਂ ਆਪੇ ਹੀ ਆਪਣਾ ਨਿਆਂ ਕਰਦੇ ਹੋ। ਖੁਦਾ ਤੁਹਾਨੂੰ ਮੌਤ ਵਿੱਚ ਨਹੀਂ ਘੱਲਦਾ। ਲੋਕ ਆਪਣੇ ਆਪ ਮੌਤ ਵਿੱਚ ਚਲੇ ਜਾਂਦੇ ਹਨ ਕਿਉਂਕਿ ਖੁਦਾ ਨੇ ਦੋ ਰਾਹ ਦਿੱਤੇ ਹਨ। ਇੱਕ ਜੀਵਨ ਦਾ ਰਾਹ ਹੈ ਜਿਹੜਾ ਤੰਗ ਹੈ ਤੇ ਇੱਕ ਮੌਤ ਦਾ ਰਾਹ ਹੈ ਜਿਹੜਾ ਖੁੱਲਾ ਆ। ਜੇ ਤੁਸੀਂ ਭਲੇ ਬੁਰੇ ਦੇ ਵਿਰਖ ਤੋਂ ਖਾਓਗੇ ਤੇ ਜ਼ਰੂਰ ਹੈ ਮਾਰੇ ਜਾਵੋ, ਲੇਕਿਨ ਜੇ ਤੁਸੀਂ ਜੀਵਨ ਦੇ ਰੁੱਖ ਤੋਂ ਖਾਣੇ ਹੋ ਤਾਂ ਤੁਹਾਨੂੰ ਜੀਵਨ ਪ੍ਰਾਪਤ ਹੋਵੇਗਾ। ਇਸ ਕਰਕੇ ਖੁਦਾਵੰਦ ਚਾਹੁੰਦਾ ਤੁਸੀਂ ਤਿਆਰ ਹੋ ਜਾਵੋ। ਇਸ ਕਰਕੇ ਖੁਦਾ ਕਹਿ ਰਿਹਾ ਆ ਵੀ, ਨਬੀ ਕਹਿੰਦਾ ਵੀ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ, ਤੁਸੀਂ ਆਪਣਾ ਨਿਆਂ ਖੁਦ ਹੀ ਕਰਦੇ ਹੋ। ਅੱਜ ਲੋਕ ਆਪਣਾ ਨਿਆਂ ਆਪ ਹੀ ਕਰੀ ਜਾਂਦੇ ਆ। ਜਦੋਂ ਵਚਨ ਨੂੰ ਪਿੱਛੇ ਰੱਖਦੇ ਹਨ ਤੇ ਸੰਸਾਰ ਨੂੰ ਲੋਕ ਅੱਗੇ ਰੱਖਦੇ ਤਾਂ ਲੋਕੀ ਆਪਣਾ ਨਿਆਂ ਆਪ ਕਰਦੇ ਆ ਤੇ ਇਹੋ ਜਿਹੇ ਲੋਕਾਂ ਦਾ ਕੋਈ ਵੀ ਬਚਾਵ ਨਹੀਂ ਹੈ। ਖੁਦਾ ਨੇ ਕਿਹਾ ਸੀ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ ਉਸੇ ਦਿਨ ਹੀ ਤੂੰ ਮਰ ਜਾਵੇਂਗਾ, ਅਤੇ ਇਹੋ ਗੱਲ ਹੈ ਜੋ ਇਸ ਦਾ ਨਿਬੇੜਾ ਕਰ ਦਿੰਦੀ ਹੈ। ਖੁਦਾ ਨੇ ਕਿਹਾ ਸੀ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ ਤੂੰ ਉਸੇ ਦਿਨ ਮਰ ਜਾਵੇਂਗਾ। ਉਹ ਕਹਿੰਦਾ ਇਹੀ ਗੱਲ ਆ ਜਿਹੜਾ ਇਸ ਦਾ ਨਿਬੇੜਾ ਕਰ ਦਿੰਦੀ ਹੈ। ਅਤੇ ਫਿਰ ਜਦੋਂ ਖੁਦਾ ਨੇ ਨੂਹ ਨੂੰ ਪ੍ਰਚਾਰ ਕਰਨ ਲਈ ਅੱਗੇ ਭੇਜਿਆ, ਕਿ ਇਹ ਅਜੀਬ ਗੱਲ ਨਹੀਂ ਸੀ, ਕਦੇ ਬਾਰਿਸ਼ ਨਹੀਂ ਹੋਈ ਸੀ। ਨਬੀ ਕਹਿੰਦਾ ਜਦੋਂ ਨੂਹ ਨੂੰ ਖੁਦਾ ਨੇ ਪ੍ਰਚਾਰ ਕਰਨ ਦੇ ਲਈ ਭੇਜਿਆ ਸੀ ਤੇ ਕਹਿੰਦਾ ਬੜੀ ਅਜੀਬ ਗੱਲ ਨਹੀਂ ਸੀ ਇਹ ਵੀ ਕਦੇ ਬਾਰਿਸ਼ ਹੋਈ ਨਹੀਂ ਸੀ।
ਕੋਈ ਪਾਣੀ ਨਹੀਂ ਸੀ, ਪਰ ਸਿਰਫ ਧਰਤੀ ਦੇ ਹੇਠਾਂ ਸੀ। ਅਤੇ ਇੱਕ ਬਜ਼ੁਰਗ ਆਦਮੀ ਉੱਥੇ ਆ ਗਿਆ, ਇੱਕ ਬੁੱਢਾ, ਇੱਕ ਪੁਰਾਣਾ ਪਵਿੱਤਰ ਪਖੰਡੀ, ਜਿਹਨੂੰ ਲੋਕੀ ਪਵਿੱਤਰ ਪਖੰਡੀ ਉਹਨੂੰ ਕਹਿੰਦੇ ਸੀ, ਇਸ ਕਰਕੇ ਨਬੀ ਕਹਿ ਰਿਹਾ ਪਵਿੱਤਰ ਪਖੰਡੀ। ਇਸ ਤਰੀਕੇ ਦੀ ਲਟਕਦੀ ਹੋਈ ਦਾੜੀ ਨਾਲ ਅਤੇ ਇੱਕ ਹਥੌੜਾ ਲੈ ਲਿਆ ਅਤੇ ਕਿਸ਼ਤੀ ਨੂੰ ਬਣਾਉਣਾ ਆਰੰਭ ਕਰ ਦਿੱਤਾ। ਲੋਕੀ ਕੀ ਕਹਿੰਦੇ ਸੀ? ਨੂਹ ਨੂੰ ਪਵਿੱਤਰ ਪਖੰਡੀ ਕਹਿੰਦੇ ਸੀ ਉਹਨੂੰ, ਨਬੀ ਕਹਿੰਦਾ। ਲੇਕਿਨ ਉਹਨੂੰ ਖੁਦਾ ਨੇ ਜੋ ਕਿਹਾ ਸੀ ਉਹਨੇ ਉਹ ਕੰਮ ਨੂੰ ਪੂਰਾ ਕਰਨਾ ਸੀ, ਕਿਉਂਕਿ ਉਹ ਵਿਸ਼ਵਾਸ ਕਰਦਾ ਸੀ। ਲੇਕਿਨ ਉਹਨੂੰ ਕਰਮ ਕਰਨ ਲਈ ਚਲਾ ਗਿਆ, ਕਿਉਂਕਿ ਉਹਨੂੰ ਪਤਾ ਸੀ ਜੋ ਖੁਦਾ ਨੇ ਕਿਹਾ ਮੈਨੂੰ ਕਰਨਾ ਪਵੇਗਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲੋਕ ਸ਼ਹਿਰ ਵਿੱਚ ਇਸ ਬਾਰੇ ਗੱਲਾਂ ਕਰਦੇ ਹੋਣਗੇ? ਉਹ ਕਹਿੰਦੇ ਹੋਣਗੇ, ਓਏ ਤੁਸੀਂ ਉਸ ਮੀਂਹ ਦੀ ਕਹਾਣੀ ਬਾਰੇ ਕੀ ਸੋਚਦੇ ਹੋ ਜਿਹੜੀ ਉਹ ਬੁੱਢਾ ਉੱਥੇ ਸੁਣਾ ਰਿਹਾ ਹੈ? ਕਹਿੰਦਾ ਲੋਕ, ਤੁਸੀਂ ਕਲਪਨਾ ਕਰ ਸਕਦੇ ਕਿ ਲੋਕ ਉਸ ਸਮੇਂ ਗੱਲਾਂ ਕਰ ਰਹੇ ਹੋਣੇ ਆ ਵੀ ਉਹ ਮੀਂਹ ਦੀ ਕਹਾਣੀ ਬਾਰੇ ਤੁਸੀਂ ਕੀ ਸਮਝਦੇ ਹੋ ਭਾਈ? ਇੱਕ ਬੁੱਢਾ ਉੱਥੇ ਗੱਲਾਂ ਕਰ ਰਿਹਾ ਮੀਂਹ ਦੀ ਕਹਾਣੀ ਬਾਰੇ, ਪਰ ਉਸਦੇ ਕੋਲ ਖੁਦਾ ਦੀ ਇੱਛਾ ਸੀ। ਨਬੀ ਨੇ ਕਿਹਾ, ਨੂਹ ਦੇ ਕੋਲ ਕੀ ਸੀ? ਖੁਦਾ ਦੀ ਇੱਛਾ। ਕੀ ਤੁਹਾਡੇ ਕੋਲ ਖੁਦਾ ਦੀ ਇੱਛਾ ਹੈ ਅੱਜ? ਜੋ ਖੁਦਾ ਚਾਹੁੰਦਾ ਤੁਸੀਂ ਆਪਣੇ ਜੀਵਨ ਦੇ ਵਿੱਚ ਉਸ ਇੱਛਾ ਨੂੰ ਪ੍ਰਤੀਕਿਰਿਆ ਵਿੱਚ ਲਿਆ ਰਹੇ ਹੋ ਕਿ ਨਹੀਂ ਲਿਆ ਰਹੇ ਹੋ? ਕੋਈ ਮਤਲਬ ਨਹੀਂ ਕਿ ਸੰਸਾਰ ਲਈ ਇਹ ਕਿੰਨੀ ਹਾਸੋਹੀਣੀ ਗੱਲ ਜਾਪਦੀ ਹੈ। ਖੁਦਾ ਕੋਲ ਇੱਕ ਮਨੁੱਖ ਸੀ ਜਿਸ ਉੱਤੇ ਉਹ ਵਿਸ਼ਵਾਸ ਕਰ ਸਕਦਾ ਸੀ ਅਤੇ ਉਸਨੇ ਕਿਸ਼ਤੀ ਬਣਾਈ। ਲੋਕਾਂ ਨੇ ਉਸਦਾ ਮਖੌਲ ਉਡਾਇਆ, ਇਸ ਚੀਜ਼ ਨੇ ਉਸਨੂੰ ਰੋਕ ਨਹੀਂ ਦਿੱਤਾ, ਉਸਨੇ ਬਸ ਅੱਗੇ ਵੱਧ ਕੇ ਇਸ ਨੂੰ ਬਣਾ ਦਿੱਤਾ। ਭਾਈ ਬ੍ਰੈਨਮ ਨੇ ਕਿਹਾ, ਲੋਕਾਂ ਨੇ ਉਹਦਾ ਮਜ਼ਾਕ ਉਡਾਇਆ, ਲੇਕਿਨ ਉਸ ਮਜ਼ਾਕ ਨੇ ਨੂਹ ਨੂੰ ਰੋਕਿਆ ਨਹੀਂ, ਕਿਉਂਕਿ ਨੂਹ ਜਾਣਦਾ ਸੀ ਵੀ ਜੋ ਮੇਰੇ ਖੁਦਾ ਨੇ ਕਿਹਾ ਆ ਉਹ ਸੱਚ ਹੈ ਤੇ ਆਮੀਨ ਹੈ। ਤੇ ਅੱਜ ਵੀ ਸਾਡੇ ਯੁੱਗ ਦੇ ਨਬੀ ਨੇ ਕਿਹਾ ਆ ਵੀ ਯਿਸੂ ਮਸੀਹ ਆ ਰਿਹਾ ਹੈ ਆਪਣੀ ਦੁਲਹਨ ਨੂੰ ਲੈਣ। ਇਹ ਸੱਚ ਤੇ ਆਮੀਨ ਹੈ। ਕਦੋਂ ਆ ਰਿਹਾ ਹੈ ਅਸੀਂ ਨਹੀਂ ਜਾਣਦੇ, ਲੇਕਿਨ ਜਦੋਂ ਵੀ ਉਹ ਆਵੇ ਤੇ ਸਾਨੂੰ ਕੰਮ ਕਰਦਾ ਹੋਇਆ ਪਾਵੇ। ਅਸੀਂ ਉਹਦਾ ਪ੍ਰਚਾਰ ਕਰਦੇ ਹੋਏ ਪਾਏ ਜਾਣੇ ਚਾਹੀਦੇ ਆ, ਉਹ ਜਦੋਂ ਮਰਜ਼ੀ ਆਵੇ। ਠੀਕ ਹੈ ਨਾ? ਇਸੇ ਤਰ੍ਹਾਂ ਉਹਨੇ ਕਿਹਾ ਵੀ ਨੂਹ ਨੂੰ, ਲੋਕਾਂ ਨੇ ਨੂਹ ਦਾ ਮਜ਼ਾਕ ਉਡਾਇਆ, ਲੇਕਿਨ ਨੂਹ ਰੁਕਿਆ ਨਹੀਂ, ਉਹ ਕਿਸ਼ਤੀ ਬਣਾਉਣ ਦੇ ਵਿੱਚ ਬੀਜੀ ਰਿਹਾ। ਉਹਨੂੰ ਇੱਕੋ ਹੀ ਕੰਮ ਪਤਾ ਸੀਗਾ ਵੀ ਮੈਂ ਕਿਸ਼ਤੀ ਬਣਾਣੀ। ਉਹਦੇ ਲੋਕਾਂ ਨੂੰ ਪ੍ਰਚਾਰ ਵੀ ਕੀਤਾ ਵੀ ਆਓ, ਬਾਰਿਸ਼ ਆਉਣ ਵਾਲੀ, ਵਰਖਾ ਆਉਣ ਵਾਲੀ ਆ, ਆਓ। ਲੇਕਿਨ ਲੋਕਾਂ ਨੇ ਕਿਹਾ ਅਸੀਂ ਆਪਣਾ ਸਮਾਂ ਕਿਉਂ ਖਰਾਬ ਕਰੀਏ, ਕਿਉਂਕਿ ਲੋਕ ਚਾਹੁੰਦੇ ਸੀਗੇ ਉਸ ਸਮੇਂ ਵੀ ਅਸੀਂ ਵੀ ਵੱਡੇ ਵੱਡੇ ਕੰਮ ਕਰੀਏ। ਉਸ ਸਮੇਂ ਵੀ ਵਿਆਹ ਸ਼ਾਦੀਆਂ ਹੁੰਦੀ ਸੀ, ਲੋਕ ਘਰ-ਬਾਰ ਬਣਾਉਂਦੇ ਸੀ, ਸਭ ਕੁਝ ਕਰਦੇ ਸੀ। ਉਹ ਕਹਿੰਦੇ ਅਸੀਂ ਆਪਣੀ ਜਮਾ ਪੂੰਜੀ ਕਿਉਂ ਖਤਮ ਕਰੀਏ ਇਹਦੇ ਪਿੱਛੇ? ਇਹ ਬੰਦਾ ਤਾਂ ਪਾਗਲ ਹੋ ਗਿਆ, ਅਸੀਂ ਇਹਨੂੰ ਕਿਉਂ ਪੈਸਾ ਦਈਏ, ਅਸੀਂ ਇਹਦੇ ਪਿੱਛੇ ਕਿਉਂ ਲੱਗੀਏ? ਉਹਨਾਂ ਨੇ ਆਪਣੇ ਦਿਮਾਗ ਦਾ, ਆਪਣੀ ਸਮਝ ਦਾ ਸਹਾਰਾ ਲਿਆ, ਲੇਕਿਨ ਖੁਦਾ ਦੇ ਬੰਦੇ ਤੇ ਵਿਸ਼ਵਾਸ ਨਹੀਂ ਕੀਤਾ। ਅੱਜ ਵੀ ਜੇ ਤੁਸੀਂ ਖੁਦਾ ਦੇ ਬੰਦੇ ਤੇ ਜਿਹੜਾ ਖੁਦਾ ਵੱਲੋਂ ਠਹਿਰਾਇਆ ਹੋਇਆ ਹੁੰਦਾ ਹੈ ਉਹਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹ ਕੀ ਚਾਹੁੰਦਾ ਆ ਖੁਦਾ ਦੇ ਕੰਮ ਨੂੰ ਪ੍ਰਗਟ ਕਰਨਾ, ਤੁਸੀਂ ਉਹਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਵੀ ਨਾਸ਼ ਹੋ ਜਾਵੋਗੇ। ਇਸ ਕਰਕੇ ਜੋ ਖੁਦਾ ਦਾ ਵਚਨ ਕਹਿੰਦਾ ਤੁਹਾਨੂੰ ਉਹ ਕਰਨਾ ਪਵੇਗਾ। ਅਤੇ ਕੋਈ ਵੀ ਜਿਹੜਾ ਮਨੁੱਖ ਵਾਕਈ ਹੀ ਖੁਦਾ ਦਾ ਅਲੌਕਿਕ ਇੱਛਾ ਨੂੰ ਜਾਣਦਾ ਹੈ ਉਹ ਨਵੇਂ ਸਿਰੇ ਤੋਂ ਜਨਮ ਲਿਆ ਹੋਇਆ ਹੈ। ਕਹਿੰਦਾ ਜੇ ਤੁਸੀਂ ਖੁਦਾ ਦੀ ਅਲੌਕਿਕ ਇੱਛਾ ਨੂੰ ਜਾਣਦੇ ਹੋ ਤੇ ਤੁਸੀਂ ਨया ਜਨਮ ਪਾਏ ਹੋਏ ਹੋ। ਉਸਨੇ ਨਏ ਸਿਰੇ ਤੋਂ ਜਨਮ ਲਿਆ ਹੋਇਆ ਹੈ। ਉਹ ਤੁਹਾਨੂੰ ਪਵਿੱਤਰ ਪਖੰਡੀ ਮੂਰਖ ਜੋ ਵੀ ਉਹ ਤੁਹਾਨੂੰ ਕੁਝ ਕਹਿ ਸਕਦੇ ਹਨ, ਤੁਸੀਂ ਬਸ ਅੱਗੇ ਵੱਧ ਕੇ ਕਿਸ਼ਤੀ ਦੀ ਉਸਾਰੀ ਕਰਦੇ ਜਾਓ। ਇਹ ਰਤਾ ਜਿੰਨਾ ਵੀ ਫਰਕ ਨਹੀਂ ਪਾਉਂਦਾ, ਇਹ ਸਹੀ ਹੈ, ਤੁਸੀਂ ਇਸ ਨੂੰ ਤਿਆਰ ਕਰਦੇ ਜਾਂਦੇ ਹੋ। ਉਹ ਕਹਿੰਦਾ ਤੁਹਾਨੂੰ ਲੋਕ ਕੁਝ ਵੀ ਕਹਿ ਰਹੇ ਹਨ, ਲੇਕਿਨ ਤੁਸੀਂ ਆਪਣੀ ਤਿਆਰੀ ਵਿੱਚ ਲੱਗੇ ਰਹੋ। ਲੋਕ ਤੁਹਾਨੂੰ ਪਖੰਡੀ ਕਹਿਣ, ਲਾਲਚੀ ਕਹਿਣ, ਗਲਤ ਕਹਿਣ, ਤੁਸੀਂ ਸਮੇਂ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਜਾਓ ਤੇ ਜੋ ਤੁਹਾਨੂੰ ਖੁਦਾ ਦਾ ਆਤਮਾ ਬੁਲਾਉਂਦਾ ਹੈ ਤੁਸੀਂ ਬੋਲੀ ਜਾਣਾ ਹੈ। ਪਵਿੱਤਰ ਆਤਮਾ ਪਾਏ ਹੋਏ ਮਨੁੱਖ ਰੁਕਦੇ ਨਹੀਂ ਆ, ਲੋਕ ਜੋ ਮਰਜ਼ੀ ਉਹਨਾਂ ਨੂੰ ਕਹੀ ਜਾਣ, ਕਿਉਂਕਿ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਆਪਣੇ ਵੱਲੋਂ ਨਹੀਂ ਬੋਲਦੇ, ਉਹ ਹਮੇਸ਼ਾ ਖੁਦਾ ਦੀ ਆਵਾਜ਼ ਦੁਆਰਾ ਬੋਲਦੇ ਹਨ। ਜੋ ਖੁਦਾ ਦੀ ਆਵਾਜ਼ ਉਹਨਾਂ ਨੂੰ ਬੁਲਾਉਂਦੀ ਉਹੀ ਉਹ ਬੋਲਦੇ ਆ। ਇਸ ਕਰਕੇ ਨੂਹ ਨੇ ਵੀ ਉਹੀ ਕੰਮ ਕੀਤਾ ਜੋ ਖੁਦਾ ਨੇ ਉਸ ਤੋਂ ਕਰਵਾਇਆ। ਨਬੀ ਨੇ ਕਿਹਾ ਉਹਨਾਂ ਕੋਲ ਉਸ ਤੋਂ ਜ਼ਿਆਦਾ ਵਧੀਆ ਵਿਗਿਆਨੀ ਸਨ। ਕਹਿੰਦਾ ਉਸ ਸਮੇਂ ਉਹਨਾਂ ਦੇ ਕੋਲ ਬੜੇ ਤਗੜੇ ਵਿਗਿਆਨੀ ਸੀ, ਜਿੰਨੇ ਕਿ ਸਾਡੇ ਕੋਲ ਅੱਜ ਹਨ। ਮਿਸਰ ਵਿੱਚ ਜਾਓ, ਪ੍ਰਿਥਵੀ ਦੇ ਮੱਧ ਵਿੱਚ ਬਣਾਏ ਹੋਏ ਪਿਰਾਮਿਡਾਂ ਨੂੰ ਵੇਖੋ, ਕੋਈ ਮਤਲਬ ਨਹੀਂ ਕਿ ਸੂਰਜ ਕਿੱਥੇ ਹੈ। ਉੱਥੇ ਕਦੇ ਵੀ ਭੂਗੋਲਿਕ ਤਰੀਕੇ ਨਾਲ ਇਹ ਪ੍ਰਿਥਵੀ ਦੇ ਮੱਧ ਵਿੱਚ ਹੈ,
ਇਸ ਦੇ ਦੁਆਲੇ ਕਦੇ ਵੀ ਪਰਛਾਵਾਂ ਨਹੀਂ ਪੈਂਦਾ, ਕੋਈ ਮਤਲਬ ਨਹੀਂ ਇਸ ਦੀ ਸੂਰਜ ਕਿੱਥੇ, ਕੋਈ ਮਤਲਬ ਨਹੀਂ ਸੂਰਜ ਜਿੱਥੇ ਮਰਜ਼ੀ ਹੋਵੇ। ਉਹਨਾਂ ਨੇ ਇਸ ਨੂੰ ਕਿਵੇਂ ਬਣਾਇਆ ਅਤੇ ਉਹ ਪੱਥਰ ਘੱਟੋ ਘੱਟ 2 ਸ਼ਹਿਰਾਂ ਦੇ ਖੇਤਰ ਜਿੰਨੇ ਉੱਚੇ, ਜਿਹੜੇ ਬਿਲੀਅਨ ਟਨ ਭਾਰੇ ਸਨ, ਉਹਨਾਂ ਨੇ ਕਿਵੇਂ ਉਹਨਾਂ ਨੂੰ ਤਾਹਾਂ ਚੁੱਕਿਆ। ਹੁਣ ਕੋਈ ਇਹੋ ਜਿਹੀ ਚੀਜ਼ ਪੈਦਾ ਕਰੋ ਜਿਹੜੀ ਉਹਨਾਂ ਨੂੰ ਉੱਪਰ ਚੁੱਕ ਸਕੇ, ਉਹ ਇਹ ਨਹੀਂ ਕਰ ਸਕਦੇ। ਕਹਿੰਦਾ ਉਸ ਸਮੇਂ ਕਿੱਡੇ ਭਾਰੇ ਭਾਰੇ ਪੱਥਰ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਪਿਰਾਮਿਡ ਬਣਾਏ, ਕਿਹੜੀ ਮਸ਼ੀਨਰੀ ਇਸਤੇਮਾਲ ਕੀਤੀ। ਕਹਿੰਦੇ ਇੰਨਾ ਉਸ ਸਮੇਂ ਟੈਕਨੋਲੋਜੀ ਸੀ ਜਿਹੜੀ ਅੱਜ ਟੈਕਨੋਲੋਜੀ ਨਹੀਂ ਹੈ। ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਮਤਲਬ ਬੜਾ ਔਖਾ ਲੱਗਦਾ ਵੀ ਇੰਨੀ ਟੈਕਨੋਲੋਜੀ ਉਸ ਸਮੇਂ ਸੀਗੀ ਤੇ ਇੰਨੀ ਟੈਕਨੋਲੋਜੀ ਪਾਏ ਹੋਏ ਲੋਕ, ਇੰਨੇ ਗਿਆਨੀ ਲੋਕ ਕਿੱਦਾਂ ਵਿਸ਼ਵਾਸ ਕਰ ਸਕਦੇ ਜਦੋਂ ਉਹਨਾਂ ਨੇ ਪੂਰਾ ਪਤਾ ਲਾ ਲਿਆ ਸੀਗਾ ਵੀ ਕਿਤੇ ਵੀ ਵਰਖਾ ਦਾ ਕੋਈ ਚਿੰਨ ਨਹੀਂ ਹੈ। ਲੇਕਿਨ ਖੁਦਾ ਨੇ ਆਪਣੇ ਬੰਦੇ ਦੁਆਰਾ ਕਿਹਾ ਸੀਗਾ ਵੀ ਵਰਖਾ ਹੋਵੇਗੀ ਤੇ ਹੋਵੇਗੀ। ਇਸ ਕਰਕੇ ਮਨੁੱਖ ਕੀ ਕਹਿੰਦਾ ਆ, ਮਨੁੱਖ ਦਾ ਦਿਮਾਗ ਕੀ ਕਹਿੰਦਾ ਆ, ਖੁਦਾ ਦੇ ਵਚਨ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੁੰਦਾ। ਮਨੁੱਖੀ ਸੋਚਾਂ ਕੀ ਕਹਿੰਦੀਆਂ ਹਨ। ਖੁਦਾ ਨੇ ਜੋ ਕਿਹਾ ਖੁਦਾ ਉਹ ਕਰਕੇ ਰਹਿੰਦਾ ਆ। ਜੇ ਖੁਦਾ ਨੇ ਕਿਹਾ ਸੀ ਵਰਖਾ ਹੋਵੇਗੀ ਤੇ ਵਰਖਾ ਹੋਈ, ਤੇ ਉਹਨੇ ਕੀ ਕੀਤਾ, ਪੂਰੀ ਧਰਤੀ ਦਾ ਨਾਸ਼ ਕਰ ਦਿੱਤਾ। ਅੱਜ ਜੋ ਮਮੀਆਂ ਨਹੀਂ ਬਣਾ ਸਕਦੇ, ਜਿਵੇਂ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਲਾਸ਼ਾਂ ਦੀਆਂ ਬਣਾਈਆਂ ਸਨ, ਉਹਨਾਂ ਵਿੱਚ ਮਸਾਲੇ ਭਰਦੇ ਸੀ। ਉਹ ਕਹਿੰਦੇ ਤੁਸੀਂ ਦੇਖੋ ਅੱਜ ਜਦੋਂ ਕੋਈ ਜ਼ਮੀਨਾਂ ਵਿੱਚੋਂ ਖੋਦੇ ਆਂਦਾ ਮਮੀਆਂ ਨਿਕਲਦੀਆਂ, ਪੁਰਾਣੀਆਂ ਬੋਡੀਆਂ ਨਿਕਲਦੀ ਜਿਹੜੀ ਉਸੇ ਦੀ ਉਸੇ ਤਰ੍ਹਾਂ ਹੁੰਦੀਆਂ ਹਨ। ਲੇਕਿਨ ਕਹਿੰਦਾ ਅੱਜ ਲੋਕ ਉਸ ਤਰ੍ਹਾਂ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਸ ਸਮੇਂ ਕਰ ਸਕਦੇ ਸੀਗੇ। ਇਸ ਕਰਕੇ ਤੁਸੀਂ ਦੇਖੋ ਵੀ ਖੁਦਾਵੰਦ ਕਿੱਦਾਂ ਆਪਣੇ ਲੋਕਾਂ ਨੂੰ ਇਸਤੇਮਾਲ ਕਰਦਾ ਹੈ, ਕਿਸ ਤਰ੍ਹਾਂ ਉਹਨੇ ਨੂਹ ਦਾ ਇਸਤੇਮਾਲ ਕੀਤਾ ਤੇ ਲੋਕਾਂ ਵਿੱਚ 120 ਸਾਲ ਉਹਨੇ ਪ੍ਰਚਾਰ ਕਰਵਾਇਆ ਤਾਂ ਕਿ ਲੋਕ ਵਿਸ਼ਵਾਸ ਕਰਨ, ਲੇਕਿਨ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ। ਠੀਕ ਹੈ, ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਇਸ ਕਰਕੇ ਨਬੀ ਕਹਿੰਦਾ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਉਸ ਸਮੇਂ ਵੀ ਹੋ ਸਕਦਾ ਵਿਸ਼ਵਾਸੀ ਲੋਕ ਹੋਣ, ਖੁਦਾ ਦੇ ਵਿਸ਼ਵਾਸ ਕਰਨ ਵਾਲੇ ਲੋਕ ਹੋਣ, ਲੇਕਿਨ ਨਬੀ ਦੇ ਸੰਦੇਸ਼ ਨੂੰ ਉਹਨਾਂ ਨੇ ਰੱਦਿਆ ਤੇ ਮੌਤ ਵਿੱਚ ਚਲੇ ਗਏ। ਇਸ ਕਰਕੇ ਖੁਦਾ ਦਾ ਨਬੀ ਕਹਿੰਦਾ, ਨਬੀ ਨੇ ਕਿਹਾ ਠੀਕ ਹੈ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਨਬੀ ਕਹਿੰਦਾ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਕੀ ਮੈਂ ਇਹੋ ਜਿਹਾ ਕੋਈ ਲੱਭਾਂਗਾ ਜੋ ਮੇਰੇ ਵਚਨ ਉੱਤੇ ਖੜਾ ਰਹੇਗਾ ਅਤੇ ਕਹੇਗਾ ਹਰੇਕ ਵਚਨ ਸੱਚਾ ਹੈ। ਹੁਣ ਦੇਖੋ ਨਬੀ ਨੇ ਇਸ ਗੱਲ ਨੂੰ ਸਪਸ਼ਟ ਕਿਹਾ ਕਿ ਕੰਮਾਂ ਤੋਂ ਬਿਨਾ ਤੁਹਾਡੀ ਨਿਸ਼ਚਾ ਕੀ ਆ, ਮੁਰਦਾ ਆ। ਇਹ ਤੁਹਾਡੇ ਜੀਵਨ ਦੇ ਵਿੱਚ ਖੁਦਾ ਦੇ ਲਈ ਕੋਈ ਕੰਮ ਨਹੀਂ ਹੈ, ਤੁਸੀਂ ਕੋਈ ਕਰਮ ਨਹੀਂ ਕਰਦੇ। ਮੈਂ ਨਹੀਂ ਕਹਿ ਰਿਹਾ, ਹੁਣ ਬਾਈਬਲ 'ਚ ਸਾਫ਼ ਤੇ ਸਪਸ਼ਟ ਨਬੀ ਦੇ ਸੰਦੇਸ਼ ਦੇ ਵਿੱਚ ਲਿਖਿਆ ਠੀਕ ਹੈ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਕੀ ਮੈਂ ਇਹੋ ਜਿਹਾ ਕੋਈ ਲੱਭਾਂਗਾ ਜੋ ਮੇਰੇ ਵਚਨ ਉੱਤੇ ਖੜਾ ਰਹੇਗਾ ਅਤੇ ਕਹੇਗਾ ਹਰੇਕ ਵਚਨ ਸੱਚਾ ਹੈ। ਮੈਂ ਨਹੀਂ ਡਰਦਾ, ਭਾਵੇਂ ਕੋਈ ਇਸ ਤਰ੍ਹਾਂ ਆਖਦਾ ਹੈ, ਕੋਈ ਉਸ ਤਰ੍ਹਾਂ ਆਖਦਾ ਹੈ ਜਾਂ ਕੋਈ ਕੁਝ ਆਖਦਾ ਹੈ। ਮੈਂ ਖੁਦਾ ਵਿੱਚ ਨਿਸ਼ਚਾ ਕਰਦਾ ਹਾਂ, ਮੈਂ ਕਬੂਲ ਕਰ ਰਿਹਾ ਹਾਂ ਅਤੇ ਮੈਂ ਉਸ ਵਚਨ ਉੱਤੇ ਖਲੋਤਾ ਹਾਂ। ਠੀਕ ਹੈ ਨਾ, ਇਹ ਗੱਲ ਹੈ ਖੁਦਾ ਦੇ ਜਿਵੇਂ ਖੁਦਾ ਨੇ ਜਿਵੇਂ ਉਸ ਕਿਸ਼ਤੀ ਅਤੇ ਨੂਹ ਦੇ ਦਿਨਾਂ ਵਿੱਚ ਕੀਤਾ, ਉਸੇ ਤਰ੍ਹਾਂ ਬਚਾਏ ਜਾਣ ਲਈ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਕਹਿੰਦਾ ਜਿੱਦਾਂ ਖੁਦਾ ਨੇ ਉਸ ਸਮੇਂ ਕੀਤਾ, ਅੱਜ ਵੀ ਖੁਦਾ ਆਪਣੇ ਲੋਕਾਂ ਨੂੰ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਨੂਹ ਦੇ ਦਿਨਾਂ ਵਿੱਚ ਕੀਤਾ, ਉਸੇ ਤਰ੍ਹਾਂ ਬਚਾਏ ਜਾਣ ਲਈ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਅਤੇ ਅੱਜ ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ, ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ। ਅੱਜ ਕਿਸ਼ਤੀ ਕੌਣ? ਤੁਹਾਡੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਹੈ ਤੇ ਤੁਸੀਂ ਹੀ ਕਿਸ਼ਤੀ ਹੋ ਅੱਜ, ਕਿਉਂਕਿ ਨਬੀ ਨੇ ਸਾਫ਼ ਕਿਹਾ ਅੱਜ ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ। ਮਸੀਹ ਦੀ ਦੇਹ ਉਹ ਕਿਸ਼ਤੀ ਹੈ ਜਿਹੜੀ ਉਸ ਪਾਣੀ ਦੇ ਉੱਪਰ ਤਰ ਗਈ ਸੀ। ਤੇ ਅੱਜ ਕਿਹੜਾ ਬੰਦਾ ਇਸ ਸੰਸਾਰ ਦੇ ਪਾਣੀ ਉੱਪਰ ਤੈਰ ਸਕਦਾ ਆ? ਉਹੀ ਮਨੁੱਖ ਤੈਰ ਸਕਦਾ ਜਿਹੜਾ ਖੁਦਾ ਤੋਂ ਸਿੱਖ ਰਿਹਾ ਆ, ਉਹਦੇ ਵਚਨਾਂ ਤੋਂ ਸਿੱਖ ਰਿਹਾ ਆ ਤੇ ਕੀ ਕਰ ਰਿਹਾ ਆ? ਉਹ ਕੀ ਕਰ ਰਿਹਾ? ਕੰਮ ਕਰ ਰਿਹਾ ਹੈ, ਨਿਸ਼ਚਾ ਤਾਂ ਕਰ ਰਿਹਾ, ਕਰਮ ਵੀ ਕਰ ਰਿਹਾ। ਇਸ ਕਰਕੇ ਨਬੀ ਕਹਿੰਦਾ ਕੰਮਾਂ ਤੋਂ ਬਿਨਾਂ ਨਿਸ਼ਚਾ ਮੁਰਦਾ ਹੈ ਜੇ ਤੁਹਾਡੇ ਜੀਵਨ 'ਚ ਕੰਮ ਨਹੀਂ ਹੈ। ਲੇਕਿਨ ਜੇ ਤੁਸੀਂ ਮਸੀਹ ਦੀ ਦੇਹ ਹੋ, ਤੁਸੀਂ ਕੰਮ ਵੀ ਕਰ ਰਹੇ ਹੋ ਤੇ ਨਿਸ਼ਚਾ ਵੀ ਕਰ ਰਹੇ ਹੋ ਤੇ ਬਹੁਤ ਵਧੀਆ ਗੱਲ ਆ। ਠੀਕ ਹੈ ਨਾ, ਇਸ ਕਰਕੇ ਖੁਦਾ ਕਹਿੰਦਾ ਉਹ ਆਪਣੇ ਲੋਕਾਂ ਨੂੰ ਸਿਖਾਉਂਦਾ ਆ, ਬਿਨਾਂ ਸਿਖਾਏ ਕਦੇ ਵੀ ਉਹ ਆਪਣੇ ਲੋਕਾਂ ਨੂੰ ਇਸਤੇਮਾਲ ਨਹੀਂ ਕਰਦਾ। ਹੋ ਸਕਦਾ ਹੈ ਤੁਸੀਂ ਬਹੁਤ ਵਧੀਆ ਬੋਲਣ ਵਾਲੇ ਨਾ ਹੋ, ਨਬੀ ਕਹਿੰਦਾ ਹੋ ਸਕਦਾ ਤੁਸੀਂ ਬਹੁਤ ਵਧੀਆ ਬੋਲਣ ਵਾਲੇ ਨਾ ਹੋ, ਤੁਸੀਂ ਬਹੁਤ ਪੜ੍ਹੇ ਲਿਖੇ ਨਾ ਹੋ ਸਕਦਾ ਤੁਸੀਂ ਅਨਪੜ੍ਹ ਹੋਵੋ,
हो सकता है तुसी एक प्रचारक ना हो सकता है तुसी एक गवैये ना हो, पर जो तुहाडे कोल है तुसी उसको इस्तेमाल करो। वो कहंदा तुसी अनपढ़ हो सकते हैं, बहुत पढ़े लिखे नहीं हो सकते, तुसी एक प्रचारक एक पास्टर नहीं हो सकते, हो सकता तुसी एक वधिया गाण वाले भी ना हो, लेकिन पर जे तुहाडे कोल उसदा इस्तेमाल कहंदा पर जो तुहाडे कोल है उसदा इस्तेमाल करो, तुसी गवाही दे सकते हो, तुसी कुछ ना कुछ कर सकते हो, जित पाओ। हालेलुया। वो कहंदा जे तुहाडे कोल कुछ नहीं आ, कल्ली गवाही दे दो खुदा दी। तुसी प्रचारक नहीं हो, तुसी वधिया गा नहीं सकते, कोई गल नहीं। तुसी बहुत पढ़े लिखे नहीं हो, कोई गल नहीं। तुसी अनपढ़ हो, कोई गल नहीं, लेकिन तुसी अपने जीवन की गवाही तो दे सकते हो भी मैं समय के संदेश के वचन के नाल जीवन व्यतीत कर रहा हाँ, कर रही हाँ। कल्ली गवाही दो। जे तुहाडे कोल कुछ भी करने के लिए नहीं है तो कल्ली गवाही दो। लेकिन तुसी देखो ਜਿਹੜੇ लोग खुदा दे आत्मा द्वारा चल रहे हैं, खुदा ਨੂੰ ਕਹਿੰਦੇ ਹਨ प्रभु जी जो तू कहेगा ਅਸੀਂ ਕਰਾਂਗੇ, ਅਸੀਂ ਲੋਕਾਂ ਦੀ परवाह नहीं करनी। लेकिन शरीरक बंदा की करता, रिश्तेदारियां की परवाह करता, लोगों की परवाह करता, ਇਹੋ ਜਿਹਾ ਭੈਣ ਭਾਈ कदे भी खुदा दे राज विच उठाया नहीं जाएगा। लेकिन जिन्हें अपना जीवन समर्पित किया है वो खुदा दे राज विच उठाया जाएगा। प्रभु यीशु मसीह तुहानू सारिਆਂ ਨੂੰ बरकत देवे। आओ प्रार्थना करो। हालेलुया। धन्यवाद प्यारे प्रभु यीशु मसीह, मैं तेरा धन्यवाद करना सचमुच खुदा बंदा। प्रभु यीशु मसीह जो तू छोटा संदेश देता है तैयारी का खुदा बंदा, सचमुच तू अपने लोगों की तैयारी करवा रहा है प्रभु जी। तू मूसा की तैयारी कराई सी खुदा बंदा, तू इब्राहिम की तैयारी करवाई सी खुदा बंद, तू मेरे महान पिता नूह की तैयारी करवाई सी खुदा बंदा। प्रभु यीशु मसीह तू हरेक मनुख नूं प्रभु यीशु मसीह तैयारी विच लैके जा रहा है खुदा बंदा। सचमुच जो तक खुदावन कोई मनुख तैयार नहीं होगा तेरे राज में उठाया नहीं जाएगा। इस तरह खुदावन प्रभु जी तो अज भी अपनी दुल्हन को तैयारी करवा रहा है खुदा बंदा। तेरी दुल्हन वचन के नाल तैयार हो रही है खुदा बंदा, वचन के नाल श्रृंगार कर रही है। खुदावन तू श्रृंगारी हुई दुल्हन को अपने उन्होंने पवित्र लोगों को अपने नाल ले जाएगा प्रभु जी, जिन्हों ने संसार वाल नहीं खुदा बंदा तेरे वचन वाल देखा, चाहे लोगों ने तेरे लोगों का मजाक उड़ाया, लेकिन प्रभु जी तेरे लोगों ने तेरे पवित्र आत्मा पाए हुए लोगों ने संसार वाल नहीं देखा प्रभु जी, हमेशा उसने तेरे वचन वाल देखा है खुदावन। लोगों ने नूह का मजाक उड़ाया सी खुदावन, क्योंकि उस समय बहुत टेक्नोलॉजी सी प्रभु जी, लेकिन खुदावन प्रभु यीशु मसीह नूह ने प्रभु जी उस चीज़ों को नहीं देखा भी लोग मेरा मजाक उड़ाते हैं। उसने तेरी किश्ती बनानी जारी रखी खुदा बंदा, अपना सब प्रभु जी जीवन उसने त्याग दिता ते खुदावन तेरी किश्ती की तैयारी की खुदावन, ते उस किश्ती के द्वारा उसको जीवन मिलिया मेरे महान पिता। इसी तरह तेरा नबी कहता है प्रभु यीशु मसीह तुझी भी अज दी किश्तियां हो, ते सचमुच खुदावन प्रभु यीशु मसीह जो कोई आत्मा के द्वारा चल रहा है वो तेरी किश्ती बन गया है खुदा बंदा, ते उसको कोई संसार का पानी डुबो नहीं सकता। तो दया कर कृपा कर प्रभु यीशु मसीह, समा बहुत थोड़ा रह गया है खुदा बंदा, जिन्हें लोग तेरे वचन तो बाहर हैं, हठीले हैं, ढीठ हो चुके हैं खुदा बंदा, उन्होंने समझ और बुद्ध दे ताकि तेरे वचन को पैर दे सकन खुदा बंदा, तेरे कम्मां को पैर दे सकन खुदा बंदा, ना कि अपने रिश्तेदारियां नूं मेरे महान पिता प्रभु जी संसारिक लोगों को पैर देना प्रभु जी, क्योंकि तेरे लोग हमेशा प्रभु जी तेरे वचन को पैर देंगे हैं। ते खुदावन प्रभु यीशु मसीह तो यह लोगों को पसंद करता है, ते यहो जे लोगों को लैन आ रहा है प्रभु जी, कोई और नहीं, वो तेरी दुल्हन है जिसको तू लैन आ रहा है। दया कर कृपा कर, तू जल्दी आ प्रभु यीशु मसीह, जिद तक तू नहीं आता इसी तरह तेरी महिमा ते बड़ाई करते जाइए। सारा आदर जलाल महिमा प्रभु यीशु मसीह के सामर्थ्य नाम देता। आमीन।